चर्चा। सत श्री अकाल जी। प्रोग्राम चर्चा दे विच तुहाडा स्वागत। प्यारे दर्शकों, अज पंजाब दा बच्चा एक सुपना लैंदा है कि मैं किसी ना किसी तरीके नाल पहुंच जा विदेश, ते उन्हां दा फेवरेट डेस्टिनेशन कनेडा। कनेडा तो बाद फिर आस्ट्रेलिया, अमरीका, इंग्लैंड, इटली, फिर बाद च आउंदे ने न्यूजीलैंड। सो ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸਹੀ ਤਰੀਕੇ ਨਾਲ ਤੇ ਬਹੁਤ ਵਾਰ ਉਹ ਜਿਹੜਾ ਹੈ ਗਲਤ ਤਰੀਕਿਆਂ ਨਾਲ, ਗੈਰ ਕਾਨੂੰਨੀ ਤਰੀਕਿਆਂ ਨਾਲ ਵੀ ਜਾਂਦੇ ਨੇ, ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਭੇਜਣ ਵਾਲੇ ਏਜੰਟ ਵੀ ਉਹਨਾਂ ਨੂੰ ਮਿਲ ਜਾਂਦੇ ਨੇ। ਠੱਗੀਆਂ ਵੀ ਹੁੰਦੇ ਨੇ, ਧੋਖਾ ਵੀ ਹੁੰਦਾ। ਲੇਕਿਨ ਬਹੁਤ ਵੱਡੀ ਗਿਣਤੀ 'ਚ ਸਹੀ ਜਿਹੜਾ ਸਟੂਡੈਂਟ ਵੀਜ਼ੇ ਤੇ ਜਾਣ ਵਾਲੇ, ਪੜ੍ਹ ਲਿਖ ਕੇ ਆਈਲੈਟਸ ਕਲੀਅਰ ਕਰਕੇ 700 ਦੇ ਕਰੀਬ ਬੱਚੇ ਪਹੁੰਚੇ ਸੀ ਕੈਨੇਡਾ। ਔਰ ਉੱਥੇ ਜਾ ਕੇ ਪਤਾ ਲੱਗਿਆ ਕਿ ਜਿਹੜੇ ਉਹਨਾਂ ਦੇ ਕਾਲਜ ਦਾ ਐਡਮਿਸ਼ਨ ਲੈਟਰ ਸੀ, ਆਫਰ ਲੈਟਰ ਜਿਹਨੂੰ ਕਹਿ ਦਿੰਦੇ ਆ, ਉਹ ਸਹੀ ਨਹੀਂ ਸੀ। ਪਰ ਉਹ ਕਿਉਂਕਿ ਪਹੁੰਚ ਚੁੱਕੇ ਸੀ, ਉਹਨਾਂ ਨੇ ਕਾਲਜਾਂ 'ਚ ਐਡਮਿਸ਼ਨ ਲਈ ਤੇ ਜਾ ਕੇ ਉੱਥੇ ਆਪਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਮਿਲਣਾ ਸੀ ਉਹ ਮਿਲ ਗਿਆ। ਜਦੋਂ ਵਰਕ ਪਰਮਿਟ ਦੇ 3 ਸਾਲ ਪੂਰੇ ਹੋਏ, ਉਹਨਾਂ ਨੇ PR ਲਈ ਅਪਲਾਈ ਕੀਤਾ ਤਾਂ ਕੈਨੇਡੀਅਨ ਗਵਰਨਮੈਂਟ ਕਹਿੰਦੀ ਕਿ ਤੁਹਾਡੇ ਜਿਹੜੇ ਦਸਤਾਵੇਜ਼ ਫਰਜ਼ੀ ਨੇ ਤੇ ਤੁਹਾਨੂੰ ਡੀਪੋਰਟ ਕਰਾਂਗੇ। ਇਹ ਮਸਲਾ ਵੱਡੀ ਪੱਧਰ ਤੇ ਇਸ ਕਰਕੇ ਵੀ ਉੱਠਿਆ ਕਿ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸੀ, ਇਹਨਾਂ ਦੀ ਗਿਣਤੀ 700 ਕਰੀਬ ਦੱਸੀ ਜਾਂਦੀ ਹੈ। ਔਰ ਉਹਨਾਂ 'ਚੋਂ ਜ਼ਿਆਦਾ ਗਿਣਤੀ 'ਚ ਪੰਜਾਬ ਦੇ, ਤੇ ਪੰਜਾਬ ਦਾ ਵੀ ਇੱਕ ਜਲੰਧਰ ਦਾ ਠੱਗ ਏਜੰਟ ਜਿਹੜਾ ਹੁਣ ਭੱਜਿਆ ਹੋਇਆ ਹੈ, ਉਹਨੇ ਇਹ ਸਾਰੀ ਕਾਰਵਾਈ ਕੀਤੀ ਸੀ, ਉਹਨੇ ਧੋਖਾ ਕੀਤਾ ਸੀ। ਇਹਦੇ 'ਚ ਬੱਚਿਆਂ ਦਾ ਕੀ ਕਸੂਰ ਹੈ ਕਿਤੇ ਵੀ ਨਹੀਂ ਨਜ਼ਰ ਆਇਆ। ਉਹਨਾਂ ਨੇ ਆਪਦੀ ਪੜ੍ਹਾਈ ਪੂਰੀ ਕੀਤੀ, ਉਹਨਾਂ ਨੂੰ ਵਰਕ ਪਰਮਿਟ ਮਿਲਿਆ, ਉਹਨਾਂ ਨੂੰ PR ਵੇਲੇ ਇਹ ਦੱਸਿਆ ਗਿਆ। ਇਸ ਗੱਲ ਕਰਕੇ ਉਹ ਹੁਣ ਐਜੀਟੇਸ਼ਨ ਵੀ ਕਰ ਰਹੇ ਨੇ। ਇਸ ਤੋਂ ਪਹਿਲਾਂ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਹੈ ਕਿ ਇਹ ਉਦੋਂ ਮਸਲਾ ਕੈਨੇਡਾ ਦੇ ਵਿੱਚ ਜ਼ਿਆਦਾ ਉੱਠਿਆ ਜਦੋਂ ਉੱਥੋਂ ਦੀ ਉਹ ਪਾਰਟੀ NDP ਜਿਸ ਦੇ ਸਹਾਰੇ ਜਸਟਿਨ ਟਰੂਡੋ ਦੀ ਸਰਕਾਰ ਚੱਲ ਰਹੀ ਹੈ, ਉਹਦੇ ਲੀਡਰ ਜਗਮੀਤ ਸਿੰਘ ਨੇ ਇਹ ਮਸਲਾ ਉਠਾਇਆ। ਉਸ ਦੇ ਰਿਸਪੌਂਸ ਦੇ ਵਿੱਚ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਇਹ ਨਹੀਂ ਕਿ ਅਸੀਂ ਇਹਨਾਂ ਦੀ ਕੰਟਰੀਬਿਊਸ਼ਨ ਰਿਕੋਗਨਾਈਜ਼ ਨਹੀਂ ਕਰਦੇ, ਅਸੀਂ ਰਿਕੋਗਨਾਈਜ਼ ਕਰਦੇ ਹਾਂ, ਲੇਕਿਨ ਅਸੀਂ ਤਾਂ ਅਸਲੀ ਦੋਸ਼ੀਆਂ ਦੀ ਪਛਾਣ ਕਰਨਾ ਚਾਹੁੰਦੇ ਹਾਂ। ਅਸੀਂ ਹਰ ਕਿਸਮ ਦਾ ਇਹਨਾਂ ਨੂੰ ਮੌਕਾ ਦੇਵਾਂਗੇ ਕਿ ਇਹ ਸਬੂਤ ਆਪਣੇ ਪੇਸ਼ ਕਰ ਸਕਣ ਕਿ ਇਹ ਬੇਗੁਨਾਹ ਨੇ। ਮਤਲਬ ਕਿ ਥੋੜੀ ਜਿਹੀ ਆਸ ਬਣੀ ਹੈ ਇਸ ਕਰਕੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਿਹੇ ਇਸ਼ਾਰੇ ਕੀਤੇ ਨੇ। ਇਕੱਲੇ ਇਹੀ ਨਹੀਂ, ਸਰ ਪਾਰਟੀ ਦੀ ਜਿਹੜੀ ਇਮੀਗ੍ਰੇਸ਼ਨ ਦੀ ਕਮੇਟੀ ਹੁੰਦੀ ਹੈ, ਉਸਨੇ ਵੀ CBSA ਨੂੰ ਕਿਹਾ ਕਿ ਜੇ ਹੋਰ ਨਹੀਂ ਮਾਨਵੀ ਅਧਿਕਾਰ ਤੇ ਇਹਨਾਂ ਨੂੰ ਪੱਕੇ ਕਰ ਲਓ, ਇਸ ਕਰਕੇ ਇਹਨਾਂ ਨੂੰ PR ਦੇ ਦਿੱਤੀ ਜਾਵੇ। ਉੱਥੋਂ ਦੀ ਕਾਨੂੰਨ ਸਾਜ਼ ਜੈਨੀ ਕਵਾਨ ਨੇ ਵੀ ਇੱਕ ਮਤਾ ਲਿਆਂਦਾ ਸੀ, ਤੇ ਜਿਹੜੇ ਉਹਨਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਸ਼ੀਨ ਫਰੇਜ਼ਰ, ਉਹ ਵੀ ਕਹਿ ਰਹੇ ਨੇ ਕਿ ਅਸੀਂ ਬੜੀ ਸਰਗਰਮੀ ਨਾਲ ਇਸ ਬਾਰੇ ਸੋਚ ਰਹੇ ਹਾਂ। ਤੇ ਇੱਕ ਹੋਰ ਵੀ ਡਿਵੈਲਪਮੈਂਟ ਹੋਈ ਇਹਨਾਂ ਦਿਨਾਂ 'ਚ। ਸਾਡੇ ਦੇਸ਼ ਦੇ ਇੰਡੀਆ ਦੇ ਜਿਹੜੇ ਵਿਦੇਸ਼ ਮੰਤਰੀ S ਜੈਸ਼ੰਕਰ, ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਇਸ ਮਾਮਲੇ 'ਚ ਇਨ ਟੱਚ ਹਾਂ। ਤੇ ਫਿਰ ਵਾਰੀ ਆਉਂਦੀ ਹੈ ਪੰਜਾਬ ਦੇ NRI ਦੇ ਮੰਤਰੀ ਜਿਹੜੇ ਇਸ ਮਾਮਲਿਆਂ ਦੇ ਨੇ, ਕੁਲਦੀਪ ਸਿੰਘ ਧਾਲੀਵਾਲ, ਉਹ ਵੀ ਕਹਿ ਰਹੇ ਨੇ ਅਸੀਂ ਇੱਕ ਪੈਨਲ ਬਣਾਤਾ, ਤੇ ਜਿਹੜਾ ਵਕੀਲਾਂ ਦਾ ਪੈਨਲ ਹੈ ਕੈਨੇਡਾ ਦੇ ਵਿੱਚ, ਜਿਹੜਾ ਇਹਨਾਂ ਨੂੰ ਕਾਨੂੰਨੀ ਸਹਾਇਤਾ ਦੇਗਾ। ਮਤਲਬ ਕਿ ਸਾਰੇ ਪੱਧਰ ਤੇ ਇਹ ਲੜਾਈ ਲੜੀ ਜਾ ਰਹੀ ਹੈ। ਇਹ ਹੈ ਇੱਕ ਪੱਖ। ਦੂਜੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਜਿਹੜੇ ਏਜੰਟ, ਠੱਗ ਏਜੰਟ ਨੇ, ਉਹਨਾਂ ਤੇ ਹੁਣ ਅਸੀਂ ਇੱਕ ਵੱਡਾ ਜਿਹੜਾ ਹੈ ਐਕਸ਼ਨ ਕਰਨ ਜਾ ਰਹੇ ਹਾਂ, ਇੱਕ ਮੁਹਿੰਮ ਚਲਾ ਰਹੇ ਹਾਂ। ਇਹਨਾਂ ਨੂੰ ਅਸੀਂ, ਇਹ ਬਹੁਤ ਵਾਰੀ ਵੈਸੇ ਪਹਿਲਾਂ ਗੱਲ ਸੁਣੀ ਹੈ, ਤੇ ਜਿਸ ਤਰੀਕੇ ਨਾਲ ਠੱਗ ਏਜੰਟ ਥਾਂ ਤੇ ਦੁਕਾਨਾਂ ਖੋਲੀ ਬੈਠੇ ਨੇ, ਔਰ ਤੁਸੀਂ ਦੇਖਦੇ ਹੋ ਔਰਤਾਂ ਨੂੰ ਬਾਹਰ ਜਾ ਕੇ ਵੇਚ ਦਿੱਤਾ ਜਾਂਦਾ ਹੈ। ਇਹ ਠੱਗੀਆਂ ਬਹੁਤ ਚੱਲ ਰਹੀਆਂ ਨੇ। ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਅਸੀਂ ਇਹ ਜਿਹੜਾ ਹੈ ਹੁਣ ਸਖਤੀ ਕਰਾਂਗੇ ਇਹਨਾਂ ਤੇ। ਚੰਗੀ ਗੱਲ ਹੈ ਜੇ ਸਖਤੀ ਹੋਏਗੀ। ਤੇ ਨਾਲ ਉਹਨਾਂ ਨੇ NRI ਨਾਲ ਵੀ ਜਿਹੜੀ ਗੱਲ ਕੀਤੀ ਹੈ ਕਿ ਉਹਨਾਂ ਦੇ ਮਸਲੇ ਵੀ ਹੱਲ ਕਰਾਂਗੇ। 15 ਜੁਲਾਈ ਤੋਂ 30 ਅਗਸਤ ਤੱਕ ਅਸੀਂ ਕਹਿੰਦੇ ਕਿ NRI ਮਿਲਣੀ ਵੀ ਕਰਨੀ ਹੈ। ਚਲੋ ਉਹ ਤੇ ਵੀ ਆਪਾਂ ਵੱਖਰੀ ਗੱਲ ਕਰਾਂਗੇ। ਅੱਜ ਆਪਾਂ ਜਿਹੜੇ ਵਿਦਿਆਰਥੀਆਂ ਨਾਲ ਧੋਖਾਧੜੀ ਹੋ ਰਹੀ ਹੈ ਜਾਂ ਹੋ ਚੁੱਕੀ ਹੈ, ਉਹਨਾਂ ਤੇ ਗੱਲ ਕਰਦੇ ਹਾਂ। ਤੇ ਗੱਲ ਕਰਨ ਲਈ ਸਾਡੇ ਨਾਲ ਇਸ
प्रोग्राम च ਜਿਹੜੇ ਮਹਿਮਾਨ ਜੁੜੇ ਨੇ ਉਹਨਾਂ ਚੋਂ ਸੱਤਾਧਾਰੀ ਧਿਰ ਤੋਂ ਰਮਨ ਚਾਂਦੀ ਜੀ ਸਾਡੇ ਨਾਲ ਨੇ, ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਇਸ ਪ੍ਰੋਗਰਾਮ ਸ਼ਾਮਲ ਨੇ, ਜਸਵਿੰਦਰ ਸਿੰਘ ਸੀਖਾਵਾਲਾ ਸਾਹਿਬ ਕਾਂਗਰਸ ਤੋਂ ਨੇ ਔਰ ਸਰ ਅਮਰਜੀਤ ਸਿੰਘ ਥਿੰਦ ਬੀਜੇਪੀ ਦੀ ਕਰ ਰਹੇ ਨੇ ਨੁਮਾਇੰਦਗੀ। ਦੋ ਸਾਡੇ ਕੋਲ ਨਿਰਪੱਖ ਟਿੱਪਣੀਕਾਰ ਨੇ, ਕੇਵਲ ਸਿੰਘ ਰਤੜਾ ਸਾਹਿਬ ਨੇ ਤੇ ਨਾਲ ਸਾਡੇ ਕੋਲ ਸਾਬਕਾ ਪੁਲਿਸ ਅਧਿਕਾਰੀ ਐਸਐਸਪੀ ਰਹੇ ਸਤਪਾਲ ਸਿੰਘ ਸਿੱਧੂ ਸਾਹਿਬ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਗੱਲ ਮੈਂ ਸ਼ੁਰੂ ਕਰਦਾ ਐਡਵੋਕੇਟ ਸਾਹਿਬ, ਐਡਵੋਕੇਟ ਧਾਰਨੀ ਜੀ, ਕਿਉਂਕਿ ਤੁਹਾਡਾ ਮਹਿਕਮਾ ਵੀ ਵਕੀਲਾਂ ਦਾ ਕੰਮ ਵੀ ਲੋਕਾਂ ਨੂੰ ਇਨਸਾਫ ਦਿਵਾਉਣਾ ਹੁੰਦਾ, ਕਿਵੇਂ ਦੇਖਦੇ ਹੋ ਇਹ ਮਸਲੇ? ਵਾਲੀਆ ਸਾਹਿਬ, ਮੈਂ ਇਹ ਸਮਝਦਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਮਸਲਾ ਉੱਠੇ ਤਾਂ ਇਹਨੂੰ ਬਹੁਤ ਟਾਈਮ ਹੋ ਚੁੱਕਿਆ ਹੈਗਾ, ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈਗਾ ਕਿ ਇਸ ਮਸਲੇ ਦੇ ਪਿੱਛੇ ਦੋ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਤੰਤਰ ਕੰਮ ਕਰਦਾ ਸੀ, ਇੱਕ ਭਾਰਤ ਸਰਕਾਰ ਦਾ ਔਰ ਇੱਕ ਜਿਹੜਾ ਹੈਗਾ ਕੈਨੇਡੀਅਨ ਸਰਕਾਰ ਦਾ। ਦੇਖੋ, ਇੱਕ ਜਦੋਂ ਕਿਸੇ ਬੱਚੇ ਦੀ ਐਡਮਿਸ਼ਨ ਹੁੰਦੀ ਹੈ, ਆਫਰ ਲੈਟਰ ਆਉਂਦੀ ਹੈ, ਉਸ ਤੋਂ ਬਕਾਇਦਾ ਬਾਅਦ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਦਾ ਜਿਹੜਾ ਹੈਗਾ ਕੰਮ ਸਟਾਰਟ ਹੋ ਜਾਂਦਾ ਹੈ। ਉਹਨਾਂ ਨੇ ਇਹ ਸਾਰੇ ਪੇਪਰ ਦੇਖਣ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੂੰ ਇਮੀਗ੍ਰੇਸ਼ਨ ਦਿੱਤੀ। ਇਮੀਗ੍ਰੇਸ਼ਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਸੀ ਸੈਸ਼ਨ ਅਲਾਟ ਕੀਤਾ ਕਿ ਇਹ ਸੈਸ਼ਨ ਚ ਤੁਸੀਂ ਜਾ ਸਕਦੇ ਆ, ਇਹ ਚ ਜਾ ਸਕਦੇ ਆ। ਔਰ ਉਸ ਤੋਂ ਬਾਅਦ ਜਦੋਂ ਕੋਈ ਵੀ ਬੱਚਾ ਜਿਹੜਾ ਹੈਗਾ ਇਮੀਗ੍ਰੇਸ਼ਨ ਉਹਦੇ ਤੇ 에ਅਰਪੋਰਟ ਤੇ ਚੈੱਕ ਕਰਾਉਂਦਾ, ਫਿਰ ਉਹਦੇ ਪੇਪਰ ਜਿਹੜੇ ਹੈਗੇ ਦੁਬਾਰਾ ਵਾਚ ਕੀਤੇ ਜਾਂਦੇ ਆ। ਔਰ ਉਸ ਤੋਂ ਬਾਅਦ ਜਦੋਂ ਕਾਲਜ ਦੇ ਵਿੱਚ ਐਡਮਿਸ਼ਨ ਹੋ ਜਾਂਦੀ ਹੈਗੀ ਆ, ਇੱਕ ਐਂਟਰੀ ਹੋ ਜਾਂਦੀ ਹੈ, ਐਡਮਿਸ਼ਨ ਦੇ ਦੌਰਾਨ ਜਿਹੜਾ ਉਹਨਾਂ ਬੱਚਿਆਂ ਤੋਂ ਜਿਹੜਾ ਹੈਗਾ ਪੈਸੇ ਲਏ ਜਾਂਦੇ ਆ, ਉਹਨਾਂ ਨੂੰ ਪੜ੍ਹਾਇਆ ਜਾਂਦਾ ਹੈ, ਉਹਨਾਂ ਨੂੰ ਡਿਗਰੀਆਂ ਅਲਾਟ ਕੀਤੀਆਂ ਜਾਂਦੀਆਂ। ਡਿਗਰੀਆਂ ਅਲਾਟ ਕਰਨ ਤੋਂ ਬਾਅਦ ਅਚਾਨਕ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਜੀ ਕਿ ਤੁਹਾਡੇ ਤਾਂ ਆਫਰ ਲੈਟਰ ਜਿਹੜੇ ਹੈਗੇ ਜਾਲੀ ਹੈ। ਮਤਲਬ ਇਹਦੇ ਉੱਤੇ ਕੁਐਸਚਨ ਮਾਰਕ ਕਿਹਦੇ ਤੇ ਹੈਗਾ? ਤੁਸੀਂ ਜਿੱਥੇ ਤੱਕ ਠੱਗ ਏਜੰਟਾਂ ਦੀ ਗੱਲ ਕਰਦੇ ਹੈਗੇ ਆ, ਤਾਂ ਮੈਂ ਇਹ ਵੀ ਸਮਝਦਾ ਹੈਗਾ ਕਿ ਕੈਨੇਡਾ ਨੂੰ ਤੁਸੀਂ ਬਰੀ ਨਾ ਕਰੋ। ਕੈਨੇਡਾ ਵਰਗੇ ਕੰਟਰੀਜ਼ ਦੇ ਵਿੱਚ ਉੱਥੇ ਵੀ ਬਹੁਤ ਸਾਰੇ ਠੱਗ ਬੈਠੇ ਹੈਗੇ ਆ ਜਿਹੜੇ ਆਫਰ ਲੈਟਰ ਜਿਹੜੇ ਹੈਗੇ ਆ ਬਣਾਉਂਦੇ ਹੈਗੇ। ਉੱਥੇ ਕੀ ਹੈਗਾ ਵਾਲੀਆ ਸਾਹਿਬ, ਉੱਥੇ ਯੂਨੀਵਰਸਿਟੀਆਂ ਦੇ ਨਾਲ MOU ਸਾਈਨ ਕਰ ਲੈਂਦੇ ਆ। ਉਹ MOU ਸਾਈਨ ਕਰਨ ਦੇ ਨਾਲ ਇੱਕ ਮੋਟੀ ਰਕਮ ਜਿਹੜੀ ਹੈਗੀ ਆ ਉਹਨਾਂ ਲੋਕਾਂ ਦੇ ਕੋਲ ਜਾਂਦੀ ਹੈਗੀ ਹੈ, ਜਿਹਦੇ ਨਾਲ ਮਤਲਬ ਸ਼ੋਸ਼ਣ ਅਲਟੀਮੇਟਲੀ ਬੱਚਿਆਂ ਦਾ ਹੈਗਾ। ਤੁਸੀਂ ਦੱਸੋ ਕਿ ਇਸ ਦੇ ਵਿੱਚ ਭਾਰਤ ਸਰਕਾਰ ਕੀ ਕਰ ਸਕਦੀ ਹੈ? ਭਾਰਤ ਸਰਕਾਰ ਦਾ ਜਿਹੜਾ ਇਹ ਕਹਿ ਰਹੇ ਆ ਕਿ ਅਸੀਂ ਜੀ ਇੱਕ ਵਕੀਲਾਂ ਦਾ ਪੈਨਲ ਭੇਜਾਂਗੇ, ਉਹ ਕੀ ਕਰ ਸਕਦਾ? ਸਵਾਲ ਇਹ ਹੈਗਾ ਜੀ ਕਿ ਅੱਜ ਜੇ ਗੇਂਦ ਹੈਗੀ ਹੈ ਤਾਂ ਉਹ ਕੈਨੇਡੀਅਨ ਪਾਰਲੀਮੈਂਟ ਦੇ ਪਾਲੇ ਦੇ ਵਿੱਚ ਹੈਗੀ ਹੈ। ਜਿਹੜਾ ਸਰਦਾਰ ਜਗਮੀਤ ਸਿੰਘ ਉਹਨਾਂ ਨੇ ਕੁਐਸਚਨ ਉਠਾਇਆ, ਔਰ ਇਹ ਜੇ ਇਹਦਾ ਕੁਐਸਚਨ ਦਾ ਹੱਲ ਵੀ ਹੋਣਾ ਹੈ ਤਾਂ ਇਹਦੇ ਬਾਰੇ ਪਾਰਲੀਮੈਂਟ ਦੇ ਵਿੱਚ ਹੀ ਕੋਈ ਰੈਜ਼ੋਲੂਸ਼ਨ ਪਾਸ ਹੋਣਾ ਹੈ ਜਿਹਦੇ ਮੁਤਾਬਕ ਇਹਨਾਂ ਬੱਚਿਆਂ ਨੂੰ ਕੋਈ ਰਾਹਤ ਮਿਲਦੀ ਹੈਗੀ ਆ। ਇਹਨਾਂ ਦਾ ਦੇਖੋ ਹਰ ਵੀਜ਼ਾ ਜਿਹੜਾ ਹੈਗਾ ਉਹਦੀ ਕੈਟਾਗਰੀ ਹੈ, ਉਸ ਵੀਜ਼ਾ ਕੈਟਾਗਰੀ ਨੂੰ ਦੂਸਰੇ ਕੈਟਾਗਰੀ ਦੇ ਵਿੱਚ ਚੇਂਜ ਕਰਨ ਵਾਸਤੇ ਇਹ ਤਾਂ ਹੁਣ ਪਾਰਲੀਮੈਂਟ ਦਾ ਜਿਹੜਾ ਹੈਗਾ ਪ੍ਰੀਵਿਊ ਰਹਿ ਗਿਆ। ਪਰ ਮੈਂ ਇੱਕ ਜ਼ਰੂਰ ਕਹੂੰਗਾ ਗੱਲ ਕਿ ਇਹ ਜਿਹੜਾ ਧਾਰਨੀ ਸਾਹਿਬ ਇੱਕ ਗੱਲ, ਕਿਉਂਕਿ ਤੁਸੀਂ ਇੱਕ ਗੱਲ ਕਹੀ ਨਾ ਕਿ ਏਜੰਟ ਇਸ ਕਰਕੇ ਜ਼ਿੰਮੇਵਾਰ ਨੇ ਜਿਹੜਾ ਜਲੰਧਰ ਵਾਲਾ ਤਾਂ ਭੱਜਾ ਹੋਇਆ। ਸਰਕਾਰ ਬਹੁਤ ਸਰਕਾਰਾਂ ਮੈਂ ਕਹੂੰਗਾ, ਆਮ ਆਦਮੀ ਪਾਰਟੀ ਤਾਂ ਹੋਣਾ ਹੀ ਹੈ, ਪਹਿਲੀਆਂ ਸਰਕਾਰਾਂ ਵੀ ਲਗਾਤਾਰ ਠੱਗੀਆਂ ਹੁੰਦੀਆਂ ਰਹੀਆਂ ਨੇ। ਸਰਕਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਐਸੀਆਂ ਦੁਕਾਨਾਂ ਬੰਦ ਕਰਦੀ। ਜਿਹੜੀ ਦੁਕਾਨ ਹੁਣ ਕਹੀ ਹੈ ਕੁਲਦੀਪ ਸਿੰਘ ਧਾਲੀਵਾਲ ਨੇ ਕਿ ਅਸੀਂ ਬੰਦ ਕਰਾਂਗੇ, ਇਹ ਪਹਿਲਾਂ ਕਰਦੀਆਂ ਸੀ। ਰਮਨ ਚਾਂਦੀ ਸਾਹਿਬ ਕੀ ਕਹੋਗੇ? ਜੀ ਧੰਨਵਾਦ ਵਾਲੀਆ ਸਾਹਿਬ। ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹਕੀਕਤ ਦੱਸਣੀ ਚਾਹੁੰਦਾ ਤੁਹਾਨੂੰ। ਉਹ ਬਿਲਕੁਲ 16 ਨੇ ਸਹੀ ਹੈ, ਮੇਰਾ ਇਹ 'ਚ ਕੋਈ ਲੋਭ ਮੋਹ ਨਹੀਂ ਹੈ ਇਸ ਗੱਲ ਦੇ ਵਿੱਚ। ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਤੋਂ ਤਕਰੀਬਨ 4 ਮਹੀਨੇ ਬਾਅਦ, ਮੈਂ ਵਿਅਕਤੀ ਦਾ ਨਾਂ ਤਾਂ ਲੈ ਨਹੀਂ ਸਕਦਾ, ਡਿਸਟ੍ਰਿਕਟ ਲੁਧਿਆਣਾ ਨਾਲ ਸੰਬੰਧਿਤ ਸੀ ਵਿਅਕਤੀ, ਉਹ ਦੂਸਰੀ ਪਾਰਟੀਆਂ ਚੋਂ ਜਿਹੜੇ ਲੋਕ ਪੈਸੇ ਕਮਾਉਂਦੇ ਸੀ ਤਾਂ ਉਸਨੇ ਦੇਖਿਆ ਕਿ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ। ਉਹਨੇ ਪਹੁੰਚ ਕੀਤੀ ਮੇਰੇ ਤੱਕ ਵੀ ਕਿਵੇਂ ਨਾ ਕਿਵੇਂ ਮੈਨੂੰ ਕਿਸੇ ਵੱਡੇ ਲੀਡਰ, ਬਹੁਤ ਵੱਡੇ ਲੀਡਰ ਦੇ ਰਾਹੀਂ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ ਜਾਵੇ। ਮੇਰੀਆਂ ਉਹਦੇ ਨਾਲ 2 ਮੀਟਿੰਗਾਂ ਹੋਈਆਂ ਮੋਹਾਲੀ ਦੇ ਵਿੱਚ। ਦੂਸਰੀ ਮੀਟਿੰਗ ਦੇ ਵਿੱਚ ਮੇਰੇ ਨਾਲ ਉਹ ਗੱਲ ਕਰਦਾ
ਗੱਲ ਕਰਦਾ ਕਰਦਾ ਗੱਡੀ ਦੇ ਵਿੱਚ ਬੈਠੇ, ਉਹਦੀ ਵੱਡੀ ਗੱਡੀ ਕਰੋੜਾਂ ਰੁਪਏ ਵਾਲੀ ਗੱਡੀ 'ਚ ਬੈਠੇ ਤਾਂ ਕਹਿੰਦਾ ਯਾਰ ਵੀ, ਮੈਂ ਕਿਹਾ ਵੀ ਕੰਮ ਕੀ ਕਰਦੇ ਹੋ ਤੁਸੀਂ? ਕਹਿੰਦਾ ਜੀ ਬੰਦੇ ਬਾਹਰ-ਬੂਰ ਭੇਜਣ ਦਾ ਕੰਮ ਕਰਦੇ ਆ। ਮੈਂ ਕਿਹਾ ਵੀ ਫਿਰ ਇੱਧਰ ਕਿਸ ਲਾਲਤਾਂ ਨੂੰ ਆਪਾਂ ਪਾਰਟੀ ਜੁਆਇਨ ਕਰ ਰਹੇ ਆ? ਕਹਿੰਦਾ ਰੁਪਈਏ ਬਣਾਉਣੇ ਨੇ, ਆਪਣਾ ਕੰਮ ਇਹੀ ਆ, ਸਰਕਾਰ ਕੋਈ ਹੋਵੇ ਰੁਪਈਏ ਇਕੱਠੇ ਕਰਨੇ ਨੇ। ਮੈਂ ਕਿਹਾ ਵੀ ਢੰਗ ਤਰੀਕਾ ਕੀ ਹੈ ਤੁਹਾਡਾ? ਤਾਂ ਉਸਨੇ ਕਿਹਾ ਕਿ ਸਾਨੂੰ ਅੰਬੈਸੀ ਤੱਕ ਪਹੁੰਚ ਚਾਹੀਦੀ ਹੈ। ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਦੂਸਰੀਆਂ ਕੰਟਰੀਆਂ ਦੀਆਂ ਅੰਬੈਸੀਆਂ ਨੇ, ਸਾਨੂੰ ਉਹਦੇ ਤੱਕ ਡੰਡਾ ਚਾਹੀਦਾ ਹੁੰਦਾ, ਬਾਕੀ ਕੰਮ ਸਾਡਾ ਹੁੰਦਾ। ਉਹ ਅੱਜ ਜਿਹੜਾ ਇਹ ਕੰਮ ਮੈਨੂੰ 2 ਦਿਨ ਤੋਂ ਜਦੋਂ ਆਹ ਗੱਲ ਪਤਾ ਲੱਗੀ ਤਾਂ ਫਿਰ ਮੈਂ ਉਸ ਗੱਲ ਨੂੰ ਸਮਝ ਰਿਹਾ ਸੀਗਾ ਕਿ ਇਹ ਸਿਸਟਮ ਕੀ ਹੈ। ਦੇਖੋ ਆਪਣੇ ਪਹਿਲਾਂ ਵੀ ਇੱਕ ਮਾਲਟਾ ਕਾਂਡ ਹੋ ਚੁੱਕਿਆ ਆਪਣੇ, ਜਿਹਦੇ ਵਿੱਚ ਸਾਰਿਆਂ ਨਾਲੋਂ ਵੱਧ ਪੰਜਾਬੀ ਨੌਜਵਾਨਾਂ ਦਾ ਨੁਕਸਾਨ ਹੋਇਆ। ਤਾਂ ਉਸ ਸਮੇਂ ਤਕਰੀਬਨ 9 ਜਿਹੜੇ ਏਜੰਟ ਨੇ ਉਹਨਾਂ ਤੇ ਸਕੰਜਾ ਕੱਸਿਆ ਗਿਆ ਸੀ, ਲੇਕਿਨ ਅੱਜ ਉਹ ਵੀ ਕਿਤੇ ਵੀ ਕਨਵਿਕਟ ਨਹੀਂ ਦਿਖਦੇ। ਤਾਂ ਇਹ ਦੋਸ਼ ਕਿਹਨਾਂ ਗੱਲਾਂ ਦਾ? ਹਾਂ, ਜਿੱਥੋਂ ਮੈਂ ਗੱਲ ਸ਼ੁਰੂ ਕਰਨਾ ਵੀ ਇਹ ਜਿਹੜਾ 700 ਵਿਦਿਆਰਥੀ ਹੈ ਸਾਡੇ ਪੰਜਾਬ ਦਾ, ਜ਼ਿਆਦਾਤਰ 95% ਸਾਡੇ ਪੰਜਾਬੀ ਨੇ। ਸਭ ਤੋਂ ਪਹਿਲੀ ਜੋ ਮੁੱਢਲੀ ਸਾਡੀ ਮੌਜੂਦਾ ਰੂਲਿੰਗ ਪਾਰਟੀ ਦਾ ਇਹ ਫਰਜ਼ ਬਣਦਾ ਸੀਗਾ ਕਿ ਉਹਨਾਂ ਨੂੰ ਇੱਕ ਫਸਟ ਏਡ ਦੇ ਤੌਰ ਤੇ ਕਿਸ ਤਰ੍ਹਾਂ ਆਪਾਂ ਨੇ ਉਹਨਾਂ ਨੂੰ ਜਿਹੜੀ ਹੈਲਪ ਹੈ ਉਹ ਮੁਹੱਈਆ ਕਰਵਾਉਣੀ ਹੈ। ਦੇਖੋ ਉੱਥੇ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਉਧਰ ਪੰਜਾਬੀ ਸਾਂਸਦ ਨੇ ਉਹਨਾਂ ਨੂੰ ਲੈਟਰ ਲਿਖੀ ਗਈ ਹੈ ਪੰਜਾਬ ਸਰਕਾਰ ਵੱਲੋਂ। ਔਰ ਜਿਸ ਤਰ੍ਹਾਂ ਤੁਸੀਂ ਇੱਕ ਨਾਂ ਲਿਆ, ਮੈਂ ਫੇਰ ਭੁੱਲ ਜਾਣਾ ਕਿਹੜਾ ਫਰੀਜ਼ ਹੈ, ਇਹਨਾਂ ਨਾਲ ਵੀ ਸਾਨੀ ਸਾਹਿਬ ਦੀ ਗੱਲ ਹੋਈ ਹੈ। ਤੋਂ ਵਕੀਲਾਂ ਦਾ ਪੈਨਲ ਵੀ ਜ਼ਰੂਰੀ ਸੀਗਾ। ਤਕਰੀਬਨ ਮੌਜੂਦਾ ਸਟੇ ਕੇਸ ਹੈ ਜਿਹੜਾ ਹੋ ਚੁੱਕਿਆ। ਚਲੋ ਜਿਸਨੇ ਵੀ ਮਦਦ ਕਰਨੀ ਹੈ, ਮੇਰਾ ਮਤਲਬ ਹੈ ਕਿ ਕੇਂਦਰ ਦੇ ਹੱਥ 'ਚ ਪਾਣਾ। ਕੱਲ ਇਸੇ ਮੁੱਦੇ ਤੇ ਕਿਸੇ ਹਿੰਦੀ ਚੈਨਲ ਤੇ ਡਿਬੇਟ ਚੱਲਦੀ ਸੀ ਤਾਂ ਭਾਜਪਾ ਦੇ ਜਿਹੜੇ ਪ੍ਰਵਕਤਾ ਨੇ ਉਹ ਇਹ ਗੱਲ ਕਹਿੰਦੇ ਸੀਗੇ ਕਿ ਮੋਦੀ ਜੀ ਦਾ ਜਿਹੜਾ ਵਰਚਸਵ ਹੈ, ਜਿਹਨੂੰ ਕਹਿੰਦੇ ਆਪਾਂ, ਬਾਹਰਲੀਆਂ ਕੰਟਰੀਆਂ 'ਚ ਸਾਡੇ ਦੇਸ਼ ਨਾਲੋਂ ਵੱਧ ਹੈ। ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ ਇਹ। ਜੇ ਤੁਸੀਂ ਇਹ ਕਹਿੰਦੇ ਹੋ ਕਿ ਮੋਦੀ ਜੀ ਦਾ ਇੰਨਾ ਹੀ ਵਰਚਸਵ ਹੈ, ਬਾਹਰਲੀਆਂ ਕੰਟਰੀਆਂ 'ਚ ਪੂਜਦੇ ਨੇ ਉਹਨਾਂ ਨੂੰ, ਤਾਂ ਉਹਨਾਂ ਦਾ ਇੱਕ ਕਹਿਣਾ ਹੀ 700 ਬੱਚੇ ਦੀ ਜਿਹੜੀ ਜ਼ਿੰਦਗੀ ਆ ਉਹ ਬਚਾ ਸਕਦਾ। ਉਹਨਾਂ ਦੀ ਲਾਈਨ ਹੈ ਜਿਹੜੀ ਪਟੜੀ ਤੇ ਜ਼ਿੰਦਗੀ ਨੂੰ ਚਾਹ ਸਕਦਾ। ਤੋਂ ਜੀ ਚਾਂਦੀ ਸਾਹਿਬ, ਮਾਫ ਕਰਨਾ, ਮੈਨੂੰ ਥੋੜਾ ਜਿਹਾ ਮੇਰੀ ਮਜਬੂਰੀ ਹੁੰਦੀ ਹੈ ਕਿ ਸਮੇਂ ਦੇ ਮੁਤਾਬਕ ਸਾਨੂੰ ਬ੍ਰੇਕ ਲੈਣੀ ਪੈਂਦੀ ਹੈ। ਤੁਹਾਡੀ ਗੱਲ ਬਹੁਤ ਵਧੀਆ ਸੀ, ਤੁਸੀਂ ਤਰਕ ਵੀ ਜਿਹੜਾ ਹੈ ਆਪਣਾ ਬਹੁਤ ਵਧੀਆ ਦੇ ਰਹੇ ਸੀ, ਲੇਕਿਨ ਮਜਬੂਰੀ ਹੈ ਕਿ ਮੈਨੂੰ ਬ੍ਰੇਕ ਲੈਣੀ ਪੈ ਰਹੀ ਹੈ। ਤੇ ਹੁਣ ਲੈਣੇ ਇੱਕ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ ਤੋਂ ਪਹਿਲਾਂ ਰਮਨ ਚਾਂਦੀ ਜੀ ਕਹਿ ਰਹੇ ਸੀ ਕਿ ਮੋਦੀ ਸਾਹਿਬ ਕਰ ਸਕਦੇ ਨੇ, ਬੜੀ ਵੱਡੀ ਜਿਹੜੀ ਉਹਨਾਂ ਦੀ ਉੱਥੇ ਸ਼ਾਖ ਹੈ ਵਿਦੇਸ਼ਾਂ ਦੇ ਵਿੱਚ। ਅੱਜ ਜਿਹੜਾ ਉਹਨਾਂ ਦਾ ਵਿਦੇਸ਼ ਮੰਤਰੀ ਸਾਡੇ ਦੇਸ਼ ਦਾ ਐਸ ਜੈਸ਼ੰਕਰ, ਉਹ 2 ਗੱਲਾਂ ਕੀਤੀਆਂ ਨੇ। ਇੱਕ ਤਾਂ ਇਹ ਕੀਤੀ ਕਿ ਵਿਦਿਆਰਥੀਆਂ ਬਾਰੇ ਅਸੀਂ ਇਨ ਟੱਚ ਹੈ, ਦੂਜੇ ਕਹਿੰਦੇ ਜਿਹੜੀ ਇੰਦਰਾ ਗਾਂਧੀ ਦਾ ਤੁਸੀਂ ਝਾਕੀ ਕੱਢੀ ਹੈ, ਇਹ ਤੁਸੀਂ ਗਲਤ ਗੱਲ ਕੀਤੀ ਹੈ। ਜਿਹੜੀ 2 ਗੱਲਾਂ ਤੇ ਅੱਜ ਉਹਨਾਂ ਨੇ ਗੱਲ ਕੀਤੀ। ਤੇ ਪਹਿਲੀ ਵਾਰ ਕਾਫੀ ਦਿਨਾਂ ਬਾਅਦ ਕਾਂਗਰਸ ਪਾਰਟੀ ਤੇ ਬੀਜੇਪੀ ਇੱਕ ਥਾਂ ਤੇ ਇਕੱਠੇ ਵੀ ਹੋਏ ਇਸ ਝਾਕੀ ਦਾ ਵਿਰੋਧ ਕਰਨ ਲਈ। ਪਰ ਅੱਜ ਮਸਲਾ ਦੂਜਾ ਹੈ ਜਿਹਦੇ ਤੇ ਰਮਨ ਚਾਂਦੀ ਜੀ ਨੇ ਸਵਾਲ ਖੜੇ ਕੀਤੇ ਨੇ। ਅਮਰਜੀਤ ਸਿੰਘ ਥਿੰਦ ਸਾਹਿਬ, ਬੀਜੇਪੀ ਕੀ ਕਹੋਗੇ? ਵਾਲੇ ਸਾਹਿਬ ਦੇਖੋ, ਪਹਿਲਾਂ ਤਾਂ ਜਿਹੜੀ ਮੈਂ ਇਸ ਮੁੱਦੇ ਤੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਬੋਲਦੇ ਤੁਸੀਂ ਸਾਰਿਆਂ ਨੇ ਗੱਲਾਂ ਕੀਤੀਆਂ ਕਿ 700 ਦੇ ਕਰੀਬ ਵਿਦਿਆਰਥੀ ਜਿਹੜਾ ਹੈਗਾ, ਭਾਰਤੀ ਵਿਦਿਆਰਥੀ ਕੈਨੇਡਾ ਦੇ ਵਿੱਚ ਗਿਆ ਹੋਇਆ। ਔਰ ਇਹ ਜਿਹੜਾ ਬੈਚ ਗਿਆ ਹੈਗਾ ਕਰੀਬ 2016, 17, 18 ਵਾਲੇ ਬੈਚ ਨੇ, ਜਿਨ੍ਹਾਂ ਨੇ ਉੱਥੇ ਫੀਸਾਂ ਦਿੱਤੀਆਂ, ਉੱਥੇ ਕੰਮ ਕੀਤੇ, ਵਰਕ ਪਰਮਿਟ ਲਾਏ, ਕੰਮ ਕੀਤੇ। ਉਸ ਤੋਂ ਬਾਅਦ ਉਹਨਾਂ ਨੇ PR ਲਈ ਅਪਲਾਈ ਕੀਤਾ। ਔਰ ਉਸ ਤੋਂ ਬਾਅਦ ਜੋ ਕੁਝ ਹੁਣ ਸਾਹਮਣੇ ਆਇਆ ਕਿ ਉਹਨਾਂ ਨੂੰ ਪ੍ਰੋਬਲਮ ਆਈ ਕਿ ਜਿਹੜੇ ਉਹਨਾਂ ਦੇ ਆਫਰ ਲੈਟਰ ਸੀਗੇ ਉਹ ਜਾਲੀ ਪਾਏ ਗਏ। ਸੋ ਇਸ ਕਰਕੇ ਜਿਹੜੀ ਇਹ ਤਾਂ ਇੱਕ ਸਮੱਸਿਆ ਸ਼ੁਰੂਆਤ ਹੈ, ਕਿਉਂਕਿ ਇਹਨਾਂ ਤੋਂ ਬਾਅਦ ਵੀ ਤਾਂ ਬੱਚੇ ਗਏ ਹੋਣਗੇ। ਸੋ ਇਸ ਕਰਕੇ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਜਿਹੜਾ ਹੈਗਾ ਉਹ ਸਾਨੂੰ ਲੱਭਣਾ ਚਾਹੀਦਾ। ਔਰ ਬਾਕੀ ਇਹ ਜਿਹੜੀ ਗੇਂਦ ਹੈ, ਇਸ ਤਰ੍ਹਾਂ ਬਹੁਤ ਹੀ ਗੇਂਦ ਕੈਨੇਡੀਅਨ ਗਵਰਨਮੈਂਟ ਦੇ ਪਾਲੇ ਦੇ ਵਿੱਚ ਹੈ। ਪਰ ਜਿੱਥੋਂ ਤੱਕ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਦੀ ਗੱਲ ਆਉਂਦੀ ਹੈ, ਡਾਕਟਰ ਜੈ ਸ਼੍ਰੀ ਕ੍ਰਿਸ਼ਨ ਜੀ ਨੇ ਇਹ ਗੱਲ ਬੜੀ ਕਲੀਅਰ ਕਰਤੀ ਹੈ, ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ, ਕਿ ਅਸੀਂ ਭਾਰਤੀ ਸਟੂਡੈਂਟਸ ਦੇ ਨਾਲ ਟੱਚ 'ਚ ਆ। ਅਸੀਂ ਉਹਨਾਂ ਦੀ ਜੋ ਵੀ ਬਣਦੀ ਕਾਰਵਾਈ ਔਰ ਜੋ ਵੀ ਉਹਨਾਂ ਦੀ ਮਦਦ ਹੋ ਸਕਦੀ ਹੈ ਕਾਨੂੰਨ ਤੌਰ ਤੇ ਔਰ ਇੱਕ ਜ਼ਿੰਮੇਦਾਰ ਦੇਸ਼ ਹੋਣ ਦੇ ਨਾਤੇ ਅਸੀਂ ਉਹ ਪੂਰੀ ਤਰ੍ਹਾਂ ਕਰ ਰਹੇ ਹਾਂ। ਜਦੋਂ ਤੱਕ ਰਮਨ ਚਾਂਦੀ ਜੀ ਨੇ ਗੱਲ ਕੀਤੀ ਹੈ ਮੋਦੀ ਜੀ ਨੇ ਕਰ ਦਿੱਤੀ, ਤਾਂ ਮੈਂ
ਇਸ ਕਰਕੇ ਆਮ ਆਦਮੀ ਪਾਰਟੀ ਦਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਮੋਦੀ ਜੀ ਦਾ ਕੱਦ ਦੇਸ਼ ਤੋਂ ਬਾਹਰ ਵੀ ਉਨਾ ਹੀ ਵੱਡਾ ਜਿੰਨਾ ਦੇਸ਼ ਦੇ ਅੰਦਰ ਹੈ। ਸੋ ਇਸ ਕਰਕੇ ਫਿਕਰ ਨਾ ਕਰੋ, ਪੂਰੀ ਤਰ੍ਹਾਂ ਭਾਰਤ ਸਰਕਾਰ ਦੇ ਜਿਹੜੇ ਵਿਦੇਸ਼ ਮੰਤਰੀ ਨੇ ਇਸ ਚੀਜ਼ ਉੱਤੇ ਕੰਮ ਕਰ ਰਹੇ ਨੇ ਉਹ ਪੂਰੀ ਤਰ੍ਹਾਂ, ਔਰ ਇਸ ਗੱਲ ਨੂੰ ਅਸੀਂ ਯਕੀਨਨ ਤੌਰ ਤੇ ਬਣਾਵਾਂਗੇ। ਕੱਲ ਵੀ ਵਿਦੇਸ਼ ਮੰਤਰੀ ਜੀ ਨੇ ਸ਼ਾਇਦ ਤੁਸੀਂ ਪੜ੍ਹਿਆ ਹੋਵੇ ਇਹਨਾਂ ਨੇ ਕਿ ਉੱਥੇ ਦੇ ਮਨਜਿੰਦਰ ਸਿੰਘ ਸੱਤਾ ਜਿਹੜੇ ਸਾਡੇ ਨੇਤਾ ਨੇ ਉਹਨਾਂ ਨੇ ਉਹਨਾਂ ਦੇ ਨਾਲ ਇਸ ਮੁੱਦੇ ਤੇ ਗੱਲ ਕੀਤੀ ਹੈ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਵਿਦਿਆਰਥੀ ਨੇ ਔਰ ਵੱਖ-ਵੱਖ ਹੋਰ ਵੀ ਸੂਬਿਆਂ ਦੇ ਵਿਦਿਆਰਥੀ ਨੇ, ਸੋ ਉਹਨਾਂ ਦੇ ਲਈ ਇੱਕ ਆਵਾਜ਼ ਬਣਾ ਕੇ ਉੱਥੇ ਕੰਮ ਕੀਤਾ ਜਾਵੇ। ਔਰ ਉੱਥੇ ਜਿਹੜੇ ਸਾਡੇ ਅੰਬੈਸੀ ਦੇ ਅੰਬੈਸਡਰ ਨੇ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਇਸ ਚੀਜ਼ ਦੇ ਉੱਤੇ ਜਿਹੜੀ ਹੈਗੀ ਹੈ ਉੱਥੋਂ ਦੀ ਸਰਕਾਰ ਕੈਨੇਡੀਅਨ ਗਵਰਨਮੈਂਟ ਦੇ ਨਾਲ ਇਨ ਟੱਚ ਨੇ ਔਰ ਗੱਲ ਪੂਰੀ ਤਰ੍ਹਾਂ ਚੱਲ ਰਹੀ ਹੈ। ਔਰ ਇੱਥੇ ਮੈਂ ਇਹ ਵੀ ਗੱਲ ਤੇ ਪੁੱਛਣੀ ਚਾਹੂੰਗਾ ਚਾਂਦੇ ਰਮਨ ਚਾਂਦੀ ਸਾਹਿਬ ਦੇ ਕੋਲੋਂ ਕਿ ਤੁਸੀਂ ਆਪ ਦੱਸਿਆ ਕਿ ਤੁਸੀਂ ਕਿਸੇ ਵੱਡੇ ਬਹੁਤ ਵੱਡੇ ਅਮੀਰ ਜਿਹੜੇ ਕਰੋੜਾਂ ਦੀ ਗੱਡੀ ਅਮਰਜੀਤ ਸਿੰਘ ਸਿੱਧੂ ਸਾਹਿਬ ਮੇਰੀ ਵੀ ਕੰਮ ਕਿਰਪਾ ਕਰਕੇ ਤੁਸੀਂ ਗੱਲ ਸੁਣੋ ਨੂੰ ਰਿਪੀਟ ਨਾ ਕਰੀਏ ਆਪਾਂ। ਇਹ ਅਖਬਾਰੀ ਖਬਰਾਂ ਕਿ ਉੱਥੇ ਹੀ 700 ਵਿਦਿਆਰਥੀ ਤਾਂ ਮੈਂ ਹੀ ਦੱਸਦੀ ਆ ਗੱਲ। ਜੇ ਕੋਈ ਸਟੈਂਡ ਹੈ, ਕੋਈ ਤਰਕ, ਜੇ ਐਸ ਪ੍ਰਸ਼ਾਦ ਦੇ ਟੱਚ ਹੋਣ ਕੀ ਜੇ ਕੋਈ ਗੱਲ ਹੈ, ਕੋਈ ਪੂਰੀ ਹੋਣੀ ਹੋ ਤੁਸੀਂ ਗੱਲ ਕਰੋ ਤਾਂ ਚੰਗੀ। ਜਸਵਿੰਦਰ ਸਿੰਘ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਮੁੱਦਾ ਹੈ ਇਹਦੇ ਤੇ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ। ਸਾਰੀਆਂ ਧਿਰਾਂ ਨੂੰ ਇਕਮੁੱਠ ਹੋ ਕੇ ਇੱਕ ਮਤ ਹੋ ਕੇ ਜਿਹੜੇ ਸਾਡੇ ਇਹ ਵਿਦਿਆਰਥੀ ਹੈ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਟੇਟ ਗਵਰਨਮੈਂਟ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਜਿਹੜਾ ਆਪਣਾ ਆਪਣਾ ਰੋਲ ਹੈ ਉਹ ਸਹੀ ਢੰਗ ਦੇ ਨਾਲ ਨਿਭਾਉਣਾ ਚਾਹੀਦਾ। ਜਿਹੜੀ ਗੱਲ ਆਪਾਂ ਕੀਤੀ ਸੀ ਕਿ ਇਸ ਤੋਂ ਪਹਿਲਾਂ ਜਿਹੜੇ ਟਰੈਵਲ ਏਜੰਟਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਬੇਨੀਮੀਆਂ ਦੀ ਗੱਲ, ਸਾਡੀ ਕਾਂਗਰਸ ਦੇ ਸਮੇਂ ਅਸੀਂ ਇੱਕ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਕਿ ਜਿੰਨੇ ਟਰੈਵਲ ਏਜੰਟ ਹੈ ਜਾਂ ਜਿਹੜੇ ਕੋਈ ਆਈਲੈਟ ਸੈਂਟਰ ਹੈ, ਉਸ ਤੋਂ ਪਹਿਲਾਂ ਇਹ ਸਾਰੇ ਇਸ ਤਰ੍ਹਾਂ ਹੀ ਚੱਲੀ ਜਾਂਦੇ ਸੀ, ਕੋਈ ਵੀ ਖੋਲ ਲੈਂਦਾ ਸੀ। ਪਰ ਉਦੋਂ ਅਸੀਂ ਇੱਕ ਸਿਸਟਮ ਬਣਾਇਆ ਸੀ ਕਿ ਹਰ ਇੱਕ ਜਿਹੜਾ ਦਫ਼ਤਰ ਹੈ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ, ਉਹ ਰਜਿਸਟਰਡ ਹੋਣਾ ਚਾਹੀਦਾ ਸਰਕਾਰ ਦੇ ਕੋਲੇ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਕਿਹੜਾ ਵਿਅਕਤੀ ਕਿੱਥੇ ਬੈਠ ਕੇ ਇਮੀਗ੍ਰੇਸ਼ਨ ਦਾ ਕੰਮ ਕਰ ਰਿਹਾ, ਤਾਂ ਜੋ ਕੱਲ ਨੂੰ ਜੇ ਕੋਈ ਗੱਲ ਇਸ ਤਰ੍ਹਾਂ ਦੀ ਹੁੰਦੀ ਹੈ ਤਾਂ ਉਹਨੂੰ ਟਰੇਸ ਕੀਤਾ ਜਾ ਸਕੇ। ਔਰ ਉਸ ਤੋਂ ਬਾਅਦ ਕਾਫੀ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਠੱਗੀ ਵਾਲੀਆਂ, ਉਹ ਕੁਝ ਪਹਿਲਾਂ ਉਹਨਾਂ ਨੂੰ ਜਿਹੜੀਆਂ ਪਹਿਲਾਂ 9 ਘਟੀਆਂ। ਔਰ ਜਿਹੜਾ ਇਹ ਸੀ ਮੁੱਦਾ, ਦੇਖੋ ਧਾਰਨੀ ਸਾਹਿਬ ਉਹਨਾਂ ਨੇ ਬੜੀ ਗੱਲ ਕਲੀਅਰ ਕੀਤੀ ਕਿ ਇਹਦੇ ਵਿੱਚ ਜਿਹੜਾ ਵਿਦਿਆਰਥੀਆਂ ਦਾ ਕੋਈ ਬਹੁਤਾ ਵੱਡਾ ਕਸੂਰ ਨਹੀਂ, ਔਰ ਏਜੰਟ ਤੇ ਵੀ ਆਪਾਂ ਸਾਰਾ ਜ਼ੋਰ ਨਹੀਂ ਪਾ ਸਕਦੇ ਕਿ ਸਾਰਾ ਉਹਨਾਂ ਨੇ ਕੀਤਾ। ਔਰ ਜਿਹੜਾ ਫਿਰ ਰਮਨ ਚਾਂਦੀ ਜੀ ਉਹਨਾਂ ਨੇ ਕਿਹਾ ਕਿ ਕੁਲਦੀਪ ਢਾਲੀਵਾਲ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਠੱਗ ਟਰੈਵਲ ਏਜੰਟ ਆ ਉਹਨਾਂ ਦੀਆਂ ਦੁਕਾਨਦਾਰੀਆਂ ਬੰਦ ਕਰਾਵਾਂਗੇ। ਉਹਦੇ ਚ ਅਸਲ 'ਚ ਪਿੱਛੇ ਕਹਾਣੀ ਕੀ ਚੱਲ ਰਹੀ ਹੈ? ਪਿੱਛੇ ਕਹਾਣੀ ਇਹ ਚੱਲ ਰਹੀ ਹੈ ਕਿ ਇਹ ਬਿਆਨ ਦੇ ਰਹੇ ਆ ਸਾਡੇ ਜਿਹੜੇ NRI ਵਿੰਗ ਵਾਲੇ ਮੰਤਰੀ ਕੁਲਦੀਪ ਢਾਲੀਵਾਲ ਜੀ, ਤੇ ਜਿੰਨੇ ਆਮ ਆਦਮੀ ਪਾਰਟੀ ਦੇ ਵਰਕਰ ਹੈ ਉਹ ਸਾਰੇ ਸਰਗਰਮ ਹੋਏ ਹੋਏ ਆ ਕਿ ਜਿਹੜੇ ਜਿਹੜੇ ਇਹਨਾਂ ਦੇ ਇਲਾਕੇ ਦੇ ਵਿੱਚ ਏਜੰਟ ਹੈ ਉਹਨਾਂ ਨਾਲ ਗੰਢ ਤਰੁੱਪ ਕਰਨ ਵਾਸਤੇ। ਇਹਦੀ ਮੈਂ ਤਾਜ਼ਾ ਉਦਾਹਰਨ ਦਿੰਦਾ, ਸਾਡੇ ਫਰੀਦਕੋਟ ਦਾ ਇੱਕ ਏਜੰਟ ਭੱਜ ਕੇ ਗਿਆ ਇੱਥੋਂ। ਉਹਨੇ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਮੈਥੋਂ ਲੱਖ ਰੁਪਇਆ ਮਹੀਨਾ ਮੰਗਦੇ ਸੀ ਤੇ ਮੈਂ ਜਿਹੜਾ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਆ ਫਰੀਦਕੋਟ ਦਾ, ਉਹਦੇ ਖਾਤੇ 'ਚ 50,000 ਰੁਪਇਆ ਪਾਇਆ। ਉਹਨੇ ਉਹਦੇ ਟ੍ਰਾਂਜੈਕਸ਼ਨ ਦੀ ਉਹ ਫੇਸਬੁੱਕ ਤੇ ਦਿਖਾਈ। ਹੁਣ ਉਹ ਜਿਹੜੀਆਂ ਗੱਲਾਂ ਹੈ, ਇੱਕ ਆਪਾਂ ਪਿਛਲੇ ਦਿਨ ਹੀ ਦੇਖਿਆ ਸੀ ਦਰਾਹੇ ਦੀ ਵੀ ਇੱਕ ਲੇਡੀ ਸੀਗੀ ਜਿਹੜੀ ਏਜੰਟ ਸੀ, ਉਹਨੇ ਕਿਹਾ ਸੀ ਉੱਥੋਂ ਦੇ ਇੱਕ MLA ਨੇ ਮੈਨੂੰ ਘਰੇ ਬੁਲਾਇਆ, ਘਰੇ ਬੁਲਾ ਕੇ ਕਿਹਾ ਕਿ ਵੀ ਆਹ ਦੱਸੋ ਤੁਸੀਂ ਕੀ ਹਿਸਾਬ ਕਿਤਾਬ ਹੈ, ਕਿੰਨੇ ਪੈਸੇ ਦਿਓਗੇ ਸਾਨੂੰ। ਸੋ ਇਹ ਜਿਹੜੀਆਂ ਗੱਲਾਂ ਹੈ, ਦੇਖੋ ਕਹਿਣ ਨੂੰ ਕੁਝ ਹੋਰ ਹੈ, ਕਰਨ ਨੂੰ ਕੁਝ ਹੋਰ ਹੈ। ਸਰਕਾਰ ਦੀ ਜਿਹੜੀ ਨੀਅਤ ਤੇ ਨੀਤੀ ਦੇ ਵਿੱਚ ਇਹ ਫਰਕ ਹੈ। ਜਿਹੜੀ ਸਟੇਟ ਗਵਰਨਮੈਂਟ ਹੈ ਇਹਨਾਂ ਨੂੰ ਹੁਣ ਜਿਹੜਾ ਸਹੀ ਮਾਇਨੇ ਦੇ ਵਿੱਚ ਚਾਹੀਦਾ ਇਹ ਹੈ ਕਿ ਜਿਹੜੇ ਵਿਦੇਸ਼ਾਂ ਦੀ ਚੱਕਾਚੌਂਧ ਦੇ ਵਿੱਚ ਫਸ ਕੇ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਦੀ ਇੱਕ ਵਹੀਰ ਬਣੀ ਹੋਈ ਹੈ ਵਿਦੇਸ਼ਾਂ ਨੂੰ ਜਾਣ ਵਾਸਤੇ, ਉਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਕੋਈ ਕਾਉਂਸਲਿੰਗ ਲਾਉਣ ਜਿਹਦੇ ਨਾਲ ਕਿ ਜੇ ਕਿਸੇ ਨੇ ਜਾਣਾ ਵੀ ਹੈ ਤਾਂ ਉਹ ਸਹੀ ਢੰਗ ਦੇ ਨਾਲ ਜਾਵੇ। ਬਹੁਤ ਵੱਡੀਆਂ ਜਿਹੜੀਆਂ ਠੱਗੀਆਂ ਉਹ ਸਟੂਡੈਂਟਸ ਦੇ ਨਾਲ ਹੋ ਰਹੀਆਂ, ਤੇ ਜਿਵੇਂ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਤਾਂ ਵਿਦੇਸ਼ਾਂ ਤੋਂ ਲੈ ਕੇ ਆਵਾਂਗੇ ਇੱਥੇ ਜਿਹੜੇ ਵਿਦੇਸ਼ਾਂ 'ਚ ਗਏ ਆ, ਪਰ ਇਹਦੀ ਸਪੀਡ ਤਾਂ ਬਹੁਤ ਜ਼ਿਆਦਾ ਵੱਧ ਗਈ। ਬਹੁਤ ਜ਼ਿਆਦਾ ਸਾਡੇ ਜਿਹੜੇ ਵਿਦਿਆਰਥੀ ਹੈ ਉਹਨਾਂ ਦਾ ਰੁਝਾਨ ਬਣ ਗਿਆ ਵਿਦੇਸ਼ਾਂ ਵੱਲ ਨੂੰ। ਔਰ ਮੇਰਾ ਇੱਕ ਜਿਹੜਾ ਇਹ ਕੰਮ ਕਰਨ ਵਾਲੇ ਵਿਅਕਤੀ ਨਾਲ ਗੱਲ ਹੋਈ, ਉਹ ਕਹਿੰਦਾ ਹੈ ਵੀ ਇਹ ਰੋਜੀ ਰੋਟੀ ਦਾ ਮਸਲਾ ਨਹੀਂਗਾ, ਜਿਹੜਾ ਪੰਜਾਬ ਤੋਂ ਲੋਕ ਜਾ ਰਹੇ ਆ ਨਾ, ਰੋਜੀ ਰੋਟੀ ਦਾ ਮਸਲਾ ਨਹੀਂਗਾ, ਕਿਉਂਕਿ ਜਿਹੜਾ ਬੰਦਾ 25-30 ਲੱਖ ਰੁਪਈਆ ਲਾਉਂਦਾ ਹੈ ਉਹ ਕੱਲੀ ਰੋਜੀ ਰੋਟੀ ਵਾਸਤੇ ਨਹੀਂ ਜਾ ਰਿਹਾ। ਰੋਜੀ ਰੋਟੀ ਤੋਂ ਉਤਲਾ ਮਸਲਾ ਹੈ। ਰੋਜੀ ਰੋਟੀ ਵਾਲਾ ਵਿਅਕਤੀ ਤਾਂ ਕੋਈ ਆਪਣਾ ਦਸਤਕਾਰੀ ਦਾ ਕੰਮ ਕਰਕੇ, ਵਪਾਰ ਦਾ ਕੰਮ ਕਰਕੇ ਜਾਂ ਕੋਈ ਆਪਣਾ ਇੱਥੇ ਕੰਮ ਕਰਕੇ ਰੋਜੀ ਰੋਟੀ ਚਲਾ ਰਿਹਾ, ਪਰ ਇਹ ਜਿਹੜਾ ਮਸਲਾ ਹੈ ਇਹ ਲਾਅ ਐਂਡ ਆਰਡਰ ਦੇ ਨਾਲ ਜੁੜਿਆ ਹੋਇਆ ਹੈ।
ਇੱਥੇ ਜਿਹੜੇ ਖਰਾਬ ਚਲੋ। ਹਾਲਾਤ ਹੈ ਉਹਨਾਂ ਤੋਂ ਡਰਦੇ ਜਿਹੜੇ ਸੀਤਲਾ ਬੱਚਿਆਂ ਸਾਹਿਬ ਨੂੰ ਬਾਹਰ ਭੇਜ ਰਹੇ ਆ ਸਿੱਖਾਂ ਸਾਹਿਬ ਜਿਹੜੀ ਗੱਲ ਤੁਸੀਂ ਕੀਤੀ ਭਾਈ ਤੁਹਾਡਾ ਸਟੋਰੀ ਬੋਲ ਰਹੀ ਸਿੱਖਾਂ ਵਾਲਾ ਸਾਹਿਬ ਤੁਸੀਂ ਆਪਣਾ ਰੱਖ ਲਿਆ ਸਾਰੇ ਹੱਥ ਵੰਡਿਆ ਰਮਨ ਚਾਂਦੀ ਲਵਾਂਗੇ ਐਲੀਗੇਸ਼ਨ ਲਾਇਆ ਦੀਪ ਧਾਲੀਵਾਲ ਕੱਲ ਤਾਂ ਇਹ ਵੀ ਕਹਿ ਰਹੇ ਸੀ ਲਾਵਾਂਗੇ ਤੇ ਪਹਿਲਾਂ ਕਹਿ ਰਹੇ ਸੀ ਸਕੂਲਾਂ ਕਾਲਜ ਚ ਪੜਾਇਆ ਕਰਾਂਗੇ ਬਹੁਤ ਜਿਹੜੇ ਸਵਾਲਾਂ ਦੇ ਜਵਾਬ ਆਪਾਂ ਨੂੰ ਚਾਹੀਦੇ ਨੇ ਜਾਂ ਲੋਕ ਮੰਗਦੇ ਨੇ ਰਮਨ ਚਾਂਦੀ ਹੈਗੇ ਨੇ ਦੇਵਾਂਗੇ ਲੇਕਿਨ ਪਹਿਲਾਂ ਦੋ ਨਿਰਪੱਖ ਸਾਡੇ ਨਾਲ ਟਿੱਪਣੀਕਾਰ ਨੇ ਉਹਨਾਂ ਦੀ ਗੱਲ ਸੁਣ ਲਈਏ ਕੇਵਲ ਸਿੰਘ ਰਤੜਾ ਸਾਹਿਬ ਵਾਲੀਆ ਸਾਹਿਬ ਅੱਜ ਦਾ ਦਿਨ ਵਾਕਿਆ ਹੀ ਜਿਹੜਾ ਤੁਸੀਂ ਵਿਸ਼ਾ ਲਿਆ ਇਸ ਵਿਸ਼ੇ ਤੇ ਸਿਆਸੀ ਗੱਲ ਘੱਟ ਕੀਤੀ ਜਾਵੇ ਤਾਂ ਚੰਗੀ ਗੱਲ ਹੈ ਸਾਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਉਹਨਾਂ 700 ਨਹੀਂ ਮੈਂ ਕਹੂੰਗਾ 700 ਪਲੱਸ 200 ਕਿਉਂਕਿ 200 ਹੋਰ ਬੱਚਿਆਂ ਬਾਰੇ ਵੀ ਖਬਰ 3 ਦਿਨ ਪਹਿਲਾਂ ਆ ਚੁੱਕੀ ਹੈ ਤਾਂ ਟੋਟਲੀ ਜਿਹੜੇ ਸਾਡੇ ਕੋਲ ਲਗਭਗ 900 ਬੱਚੇ ਹੈਗੇ ਨੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਇਹਨਾਂ ਦੇ ਪੇਰੈਂਟਸ ਦੇ ਨੇ ਆਰਥਿਕ ਤੌਰ ਤੇ ਬੜੀ ਤੰਗੀ ਤੁਰਸ਼ੀ ਦੇ ਨਾਲ ਕਈਆਂ ਨੇ ਆਪਣੀ ਜ਼ਮੀਨ ਵੇਚੀ ਕਈਆਂ ਨੇ ਆਪਣੇ ਪਲਾਟ ਵੇਚੇ ਹੋਣਗੇ ਕਈਆਂ ਨੇ ਕਰਜ਼ਾ ਚੱਕਿਆ ਹੋਏਗਾ ਤੇ ਫਿਰ ਉਹਨਾਂ ਨੇ ਬੱਚਿਆਂ ਨੂੰ ਬਾਹਰ ਭੇਜਿਆ ਕਿਹਨਾਂ ਹਾਲਾਤਾਂ ਵਿੱਚ ਗਏ ਉਹ ਤੇ ਆਪਾਂ ਨੂੰ ਸਭ ਨੂੰ ਪਤਾ ਹੈ ਲੇਕਿਨ ਵੱਡੀ ਗੱਲ ਇਹ ਹੈਗੀ ਆ ਕਿ ਆਪਾਂ ਜੇ ਸਟਾਰਟਿੰਗ ਪੁਆਇੰਟ ਪੰਜਾਬ ਹੈ ਕਿਸੇ ਬੱਚੇ ਦੇ ਵੀਜ਼ੇ ਲਈ ਤੇ ਪੰਜਾਬ ਗਵਰਨਮੈਂਟ ਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ ਆਪਾਂ ਉਹਦੇ ਵੱਲ ਜਿਹੜਾ ਹੈਗਾ ਧਿਆਨ ਕਰੀਏ ਨਰਿੰਦਰ ਮੋਦੀ ਸਾਹਿਬ ਜੀ ਦੇ ਅਗਸਤ ਆਫਿਸ ਦਾ ਇਸਤੇਮਾਲ ਹੋ ਜਾਏ ਵਿਦੇਸ਼ ਮੰਤਰੀ ਸਾਹਿਬ ਕਰ ਲੈਣ ਕੁਲਦੀਪ ਸਿੰਘ ਧਾਲੀਵਾਲ ਜੀ ਮਤਲਬ ਗੱਲ ਕਰ ਲੈਣ ਬਹੁਤ ਚੰਗੀ ਗੱਲ ਹੈ ਲੇਕਿਨ ਜਿਹੜੀ ਵਾਰਦਾਤ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਕਿ ਇੰਦਰਾ ਗਾਂਧੀ ਦੀ ਜਿਹੜੀ ਉੱਥੇ ਇੱਕ ਉਹਨਾਂ ਨੇ ਚਲਾਇਆ ਹੈਗਾ ਇੱਕ ਝਾਕੀ ਕੱਢੀ ਹੈਗੀ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਲੀਫਾਈ ਕਰਨਗੀਆਂ ਇਹ ਤੋਂ ਵੀ ਸਾਨੂੰ ਬਚਣਾ ਚਾਹੀਦਾ ਹੁਣ ਗੱਲ ਆ ਗਈ ਕਿ ਬਈ ਜਦੋਂ ਇੱਕ ਵਾਰੀ ਬੱਚਾ ਚਲੇ ਜਾਂਦਾ ਆ ਤੇ ਸਾਡਾ ਦਬਾਅ ਕੈਨੇਡੀਅਨ ਗਵਰਨਮੈਂਟ ਤੇ ਹੀ ਜ਼ਿਆਦਾ ਤੋਂ ਜ਼ਿਆਦਾ ਵਧਣਾ ਚਾਹੀਦਾ ਕਿਉਂਕਿ ਉਹਨਾਂ ਦੀ ਵੀ ਇਕਨੋਮੀ ਇਸੇ ਸਟੱਡੀ ਦੇ ਪੈਸੇ ਨਾਲ ਹੀ ਚੱਲਦੀ ਹੈ ਮੇਰੇ ਆਪਣੇ ਬੱਚੇ ਹੈਗੇ ਨੇ ਮੈਂ ਉੱਥੇ ਜਾ ਕੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਬੱਚੇ ਵਿਚਾਰੇ ਸ਼ਿਫਟਾਂ ਲਾ ਕੇ ਆਪਣੇ ਪੈਸੇ ਇਕੱਠੇ ਕਰਦੇ ਆ ਇੱਥੋਂ GIC ਲੈ ਕੇ ਜਾਂਦੇ ਆ ਕਾਲਜ ਦੀਆਂ ਫੀਸਾਂ ਭਰਦੇ ਜੇ ਉਹ ਕਾਲਜ ਦੇ ਡਾਕੂਮੈਂਟ ਠੀਕ ਨਹੀਂ ਸੀਗੇ ਤੇ ਵੀਜ਼ਾ ਅਫਸਰ ਰਿਫਿਊਜ਼ ਉਦੋਂ ਹੀ ਕਰ ਦਿੰਦਾ ਬੱਚੇ ਵਿਚਾਰੇ ਆਪਣੇ ਮਾਪਿਓ ਦੇ ਕੋਲੋਂ ਦੂਰ ਨਾ ਜਾਂਦੇ ਹੁਣ ਜਦੋਂ ਬੱਚੇ ਉੱਥੇ ਬੈਠੇ ਨੇ ਪੇਰੈਂਟਸ ਵਿਚਾਰੇ ਇੱਥੇ ਬੈਠੇ ਹੈਗੇ ਆ ਇਹ ਸਾਰੀ ਗੱਲ ਹੁਣ ਪਾਲਾ ਜਿਹੜਾ ਹੈਗਾ ਉਹ ਤੇ ਜਸਟਨ ਟਰੂਡੋ ਦੀ ਗਵਰਨਮੈਂਟ ਵਿੱਚ ਹੀ ਜਾਂਦਾ ਹੈ ਭਾਵੇਂ ਕਿ ਉਹਨਾਂ ਨੇ ਡਿਪਲੋਮੈਟਿਕ ਆਨਸਰ ਦਿੱਤਾ ਹੈ ਕਿ ਅਸੀਂ ਕੱਲਾ ਕੇਸ ਜਿਹੜਾ ਉਹਨੂੰ ਅਸੀਂ ਰਿਵਿਊ ਕਰਾਂਗੇ ਤੇ ਬੱਚਿਆਂ ਦੀ ਸੁਣਵਾਈ ਵੀ ਕਰਾਂਗੇ ਜਿਹੜੇ ਉਹਨਾਂ ਦੇ ਕੇਸ ਹੈ ਲੇਕਿਨ ਜਿੱਥੇ ਅਸੀਂ ਦਬਾਅ ਕੈਨੇਡਾ ਗਵਰਨਮੈਂਟ ਉੱਤੇ ਬਣਾਈਏ ਉੱਥੇ ਹੀ ਅਸੀਂ ਆਪਣਾ ਘਰ ਵੀ ਠੀਕ ਕਰੀਏ ਮੈਂ ਤੁਹਾਡੀ ਨੌਲੇਜ ਲਈ ਥੋੜਾ ਜਿਹਾ ਬਸ ਮੈਂ ਤੁਹਾਡਾ ਟਾਈਮ ਐਕਸਟਰਾ ਲਵਾਂਗਾ ਕਿ ਬਰਜੇਸ਼ ਮਿਸ਼ਰਾ ਨਾਂ ਦਾ ਇਹ ਠੱਗ ਏਜੰਟ ਸੀ ਜਿਹਨੇ 2 ਵਾਰੀ 2 ਡਿਫਰੈਂਟ ਨਾਵਾਂ ਦੇ ਉੱਤੇ ਜਲੰਧਰ ਵਿੱਚ ਆਪਣਾ ਦਫ਼ਤਰ ਖੋਲਿਆ ਸੀ ਇੱਕ ਨਾਂ ਸੀ ਪਹਿਲਾਂ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸ ਦੂਸਰਾ ਉਹਨੇ ਰੱਖਿਆ ਈਜ਼ੀ ਵੇ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਵਾਰੀ ਇਹਦਾ ਲਾਇਸੈਂਸ ਕੈਂਸਲ ਵੀ ਹੋ ਚੁੱਕਿਆ ਹੁਣ ਸੈਕੰਡ ਟਾਈਮ ਫਿਰ ਡੀਸੀ ਜਲੰਧਰ ਨੇ ਇਹਨੂੰ ਜਿਹੜਾ ਹੈਗਾ ਇਹਨੂੰ ਨੋਟਿਸ ਦਿੱਤਾ ਪਿਆ ਪਰ ਉਹ ਪਿਛਲੇ 10 ਮਹੀਨੇ ਤੋਂ ਦੌੜਿਆ ਹੋਇਆ ਹੈ ਤਾਂ ਇਹ ਸਭ ਚੀਜ਼ਾਂ ਦੇ ਵਿੱਚ ਸਾਨੂੰ ਬਹੁਤ ਗੈਰ ਗੰਭੀਰਤਾ ਨਾਲ NRI ਮਾਮਲੇ ਮੰਤਰੀ ਧਾਲੀਵਾਲ ਸਾਹਿਬ ਨੂੰ ਆਪਣਾ ਡਿਪਾਰਟਮੈਂਟ ਜਿਹੜਾ ਉਹ ਕੱਲੀ NRI ਸਭਾ ਤੱਕ ਸੀਮਤ ਨਾ ਰੱਖਣ ਉਹ ਇਹਨਾਂ ਮਾਮਲਿਆਂ ਦੇ ਬਾਰੇ ਚ ਵੀ ਦੇਖਣ ਕਿ ਕੈਨੇਡਾ ਨਾਲ ਸਾਡੇ ਸੰਬੰਧ ਜਿਹੜੇ ਉਹ ਥਰੂ ਸਟੂਡੈਂਟ ਕਮਿਊਨਿਟੀ ਦੇਖੋ ਕੈਨੇਡਾ ਨਾਲ ਸੰਬੰਧ ਰਤੜਾ ਸਾਹਿਬ ਤੁਸੀਂ ਜਿਹੜੀ ਇੰਦਰਾ ਗਾਂਧੀ ਦੀ ਝਾਕੀ ਦੀ ਕਤਲ ਦੀ ਗੱਲ ਕੀਤੀ ਹੈ ਜੀ ਤੇ ਬਦਲਣ ਲਿਖਿਆ ਸੀ ਤਾਂ ਹੁਣ ਦੀ ਗੱਲ ਹੈ ਜਦੋਂ ਜਸਟਨ ਟਰੂਡੋ ਇੰਡੀਆ ਚ ਆਏ ਸੀ ਤੇ ਪਹਿਲੇ 5-6 ਦਿਨ ਉਹ ਇੱਧਰ ਉੱਧਰ ਜਿਹੜੇ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਇੱਧਰ ਜਾਂਦੇ ਰਹੇ ਪੰਜਾਬੀਆਂ ਨੇ ਉਹਨਾਂ ਨੂੰ ਸਿਰ ਤੇ ਚੱਕਿਆ ਲੇਕਿਨ ਮੋਦੀ ਸਾਹਿਬ ਨੇ ਉਸ ਤਰ੍ਹਾਂ ਦਾ ਛੋਟੇ ਤੋਂ ਛੋਟੇ ਕੰਟਰੀ ਦਾ ਜਿਹੜਾ ਜਦੋਂ ਕੋਈ ਮੁਖੀ ਹੁੰਦਾ ਉਹਨੂੰ ਬਹੁਤ ਰਿਸਪੈਕਟ ਨਾਲ ਰਿਸੀਵ ਕਰਦੇ ਨੇ ਉੱਥੇ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਉਹਨਾਂ ਦੇ ਆਪਸ ਚ ਜਿੰਨੇ ਰਿਲੇਸ਼ਨ ਨੇ ਉਹ ਸਭ ਨੂੰ ਪਤਾ ਹੈ ਸਤਪਾਲ ਸਿੱਧੂ ਸਾਹਿਬ ਵਾਲੀਆ ਸਾਹਿਬ ਬੜਾ ਗੰਭੀਰ ਮਸਲਾ ਹੈ ਅਸਲ 'ਚ ਜੇ ਇਹਨੂੰ ਮੈਂ ਜਿਸ ਤਰ੍ਹਾਂ ਧਾਰਨੀ ਸਾਹਿਬ ਨੇ ਵੀ ਕਿਹਾ ਬਾਕੀ ਬੁਲਾਰਿਆਂ ਨੇ ਵੀ ਕਿਹਾ ਇਹ ਗੱਲ ਜੇ ਤਾਂ ਇਹਨੂੰ ਲੀਗਲ ਤੌਰ ਤੇ ਦੇਖਣਾ ਹੈ ਤਾਂ ਗੱਲ ਇਹ ਹੈ ਵੀ ਸਭ ਤੋਂ ਵੱਧ ਜਿਹੜਾ ਐਟ ਫਾਲਟ ਹੈ
ਉਹ ਦੋਨਾਂ ਕੰਟਰੀਜ਼ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ, ਕਿਉਂਕਿ ਉਹਨਾਂ ਦਾ ਕੰਮ ਹੈ ਇਸ ਗੱਲ ਨੂੰ ਚੈੱਕ ਕਰਨਾ ਕਿ ਡਾਕੂਮੈਂਟਸ ਪ੍ਰੋਵਾਈਡ ਕੀਤੇ ਗਏ ਨੇ ਉਹਨਾਂ ਨੂੰ, ਉਹ ਕੀ, ਉਹਨਾਂ ਦੀ ਵੈਲਿਊ ਕੀ ਹੈ, ਉਹ ਕਿੱਥੋਂ ਆਏ ਨੇ, ਕਿੱਥੋਂ ਇਸ਼ੂ ਹੋਏ ਨੇ। ਤੁਸੀਂ ਇੱਕ ਇੱਕ ਚੀਜ਼ ਨੂੰ ਪਹਿਲਾਂ ਵੈਰੀਫਾਈ ਕਰਦੇ ਹੋ ਕਿ ਤੁਸੀਂ ਉਦੋਂ ਇਹ ਵੈਰੀਫਾਈ ਨਹੀਂ ਕੀਤਾ ਕਿ ਜਿਸ ਏਜੰਸੀ ਨੇ ਇਹਨਾਂ ਨੂੰ ਆਫਰ ਲੈਟਰਸ ਦਿੱਤੀਆਂ ਨੇ ਕਿ ਉਹ ਤੁਹਾਡੇ ਕੰਟਰੀ 'ਚ ਐਗਜ਼ਿਸਟ ਕਰਦੀਆਂ ਕਿ ਨਹੀਂ ਕਰਦੀਆਂ। ਜੇ ਉਹ ਤੁਹਾਡੇ ਕੰਟਰੀ 'ਚ ਐਗਜ਼ਿਸਟ ਕਰਦੀਆਂ ਸੀ ਤਾਂ ਕੀ ਉਹ ਉਹਨਾਂ ਕੋਲੇ ਵੈਲਿਡ ਡਾਕੂਮੈਂਟ ਸੀਗੇ ਕਿ ਨਹੀਂ ਸੀਗੇ, ਇਹ ਉਸ ਵੇਲੇ ਚੈੱਕ ਹੋਣਾ ਚਾਹੀਦਾ ਸੀ ਜਦੋਂ ਉਹਨਾਂ ਬੱਚਿਆਂ ਨੂੰ ਤੁਸੀਂ ਇਮੀਗ੍ਰੇਸ਼ਨ ਦਿੱਤੀ ਹੈ। ਤੁਸੀਂ ਉਹਨਾਂ ਨੂੰ ਇਮੀਗ੍ਰੇਸ਼ਨ ਦੇਤੀ, ਉਹ ਉੱਥੇ ਚਲੇ ਗਏ, ਉਹਨਾਂ ਨੇ ਸਾਰੀ ਐਜੂਕੇਸ਼ਨ ਸਾਰਾ ਕੁਝ ਸਿਸਟਮ ਤੇ ਆਪਦਾ ਪੂਰਾ ਕਰ ਲਿਆ। ਹੁਣ ਤੁਸੀਂ ਆ ਕੇ ਇਸ ਸਟੇਜ ਦੇ ਉੱਤੇ ਕਹਿੰਦੇ ਹੋ ਕਿ ਇਹ ਜਿਹੜੀਆਂ ਇਮੀਗ੍ਰੇਸ਼ਨ ਜਿਹੜੀਆਂ ਤੁਹਾਨੂੰ ਜਿਹੜੀਆਂ ਲੈਟਰਸ ਨੇ, ਇਹ ਜਿਹੜੀਆਂ ਲੈਟਰਸ ਨੇ ਇਨਵੈਲਿਡ ਨੇ। ਬਈ ਗੱਲ ਸਵਾਲ, ਇਹ ਜਿਹੜਾ ਸਵਾਲ ਹੈ ਉਹ ਬੱਚਿਆਂ ਨੇ ਥੋੜੇ ਉੱਥੇ ਇਸ਼ੂ ਕਰਾਈਆਂ ਨੇ, ਉਹ ਇਸ਼ੂ ਕੀਤੀਆਂ ਤੁਹਾਡੀ ਸਰਕਾਰ ਦੇ ਥੱਲੇ ਜਿਹੜੇ ਕੰਮ ਕਰਦੇ। ਤੁਸੀਂ ਕਹਿੰਦੇ ਸਾਡੇ ਕੋਲ ਸਾਡੇ ਲਾਇਸੈਂਸੀ ਨੇ, ਉਹ ਤੁਹਾਡੇ ਉਹ ਆਰਗੇਨਾਈਜ਼ ਤੁਹਾਡੇ ਥੱਲੇ ਕੰਮ ਕਰਦੇ ਨੇ। ਦੂਸਰੀ ਗੱਲ, ਇੰਡੀਅਨ ਗਵਰਨਮੈਂਟ ਦੀ ਆ ਜਾਓ, ਇੰਡੀਅਨ ਗਵਰਨਮੈਂਟ ਦੇ ਇਧਰੋਂ ਇਮੀਗ੍ਰੇਸ਼ਨ ਪੇਪਰਸ ਜਿਹੜੇ ਨੇ ਉਹ ਥਰੂ ਐਮਬੈਸੀ ਜਾਂਦੇ ਨੇ ਸਾਡੇ ਉਹਨਾਂ ਕੋਲ ਉੱਥੇ, ਤਾਂ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹਨੂੰ ਨਹੀਂ ਪਤਾ ਹੁੰਦਾ ਕਿ ਜਿਹੜਾ ਇਹ ਬੰਦਾ ਇਸ਼ੂ ਕਰ ਰਿਹਾ ਹੈ, ਲੈ ਕੇ ਆ ਰਿਹਾ ਹੈ, ਉਹਨੂੰ ਵਾਕਈ ਸਾਡੇ ਕੋਲ 100 ਸਿਸਟਮ ਨੇ, ਲੇਕਿਨ ਜਿੱਥੇ ਬੱਚਾ ਨਹੀਂ ਆ ਗਈ ਉੱਥੇ ਕੋਈ ਸਿਸਟਮ ਨਹੀਂ ਲੱਗਦਾ। ਦੇਖੋ ਇਹ ਗੱਲ ਬੜੀ ਇੰਪੋਰਟੈਂਟ ਹੈ। ਲੇਕਿਨ ਮੈਂ ਇਸ ਗੱਲ ਦੇ ਵਿੱਚ ਇੱਕ ਹੋਰ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡੇ ਅੰਦਰ ਜੇ ਹੁਣ ਅਸੀਂ ਦੇਖੇ ਟੋਟਲ 900 ਬੱਚੇ ਕਹੇ ਜਾ ਰਹੇ ਨੇ, ਟੋਟਲ ਜਿਹੜੇ 900 ਬੱਚਾ ਦਾ ਹੋਇਆ, ਉਹ 900 ਬੱਚੇ ਪੰਜਾਬੀ ਨੇ। ਕੀ ਹੋਰ ਕੰਟਰੀਆਂ ਦੇ ਬੱਚੇ ਨਹੀਂ ਹਨ? ਕੀ ਹੋਰ ਕੰਟਰੀਆਂ ਦੇ ਵਿੱਚੋਂ ਜਾਂ ਹੋਰ ਸਟੇਟਾਂ ਦੇ ਵਿੱਚੋਂ ਬੱਚੇ ਨਹੀਂ ਗਏ ਹੋਏ? ਉਹਨਾਂ ਦਾ ਕੀ ਸਵਾਲ ਹੋਇਆ? ਉੱਥੇ ਕੀ ਖੜਾ ਹੋ ਗਿਆ ਸਵਾਲ? ਸਵਾਲ ਕਿੱਥੇ ਆ ਗਿਆ ਕਿ ਜਿੰਨੀ ਲਸਟ, ਜਿੰਨੀ ਭੁੱਖ ਸਾਡੇ ਅੰਦਰ ਹੈ, ਅੱਜ ਦੀ ਨਹੀਂ, ਬਹੁਤ ਪੁਰਾਣੀ ਹੈ। ਅਸੀਂ ਕਿਸੇ ਬਾਹਰਲੇ ਮੁਲਕ ਨੂੰ ਜਾਣ ਨੂੰ ਹਰ ਵੇਲੇ ਤਿਆਰ ਰਹਿੰਦਾ ਪੰਜਾਬੀ, ਕਿਸੇ ਵੀ ਤਰੀਕੇ, ਚਾਹੇ ਉਹ ਇੱਕ ਸ਼ਬਦ ਨਿਕਲਿਆ ਡੌਂਕੀ ਸ਼ਬਦ ਦੇ ਵਿੱਚ ਕੀ ਸੀ, ਉਹ ਵੀ ਏਦਾਂ ਹੀ ਜਾਂਦੇ ਸੀ। ਕਿਸੇ ਕੰਟਰੀ ਜਾਣਾ, ਉੱਥੇ ਕਦੇ ਕੰਟੇਨਰਾਂ 'ਚ ਬਹਿ ਕੇ ਜਾਣਾ, ਕਦੇ ਕਿਸੇ ਤਰੀਕੇ ਜਾਣਾ, ਉੱਥੇ ਜਾ ਕੇ ਉਹਨਾਂ ਦਾ ਨੁਕਸਾਨ ਹੁੰਦਾ ਸੀ ਬੱਚਿਆਂ ਦਾ, ਔਰ ਹੋਇਆ ਬਹੁਤ ਸਾਰੇ ਪੰਜਾਬੀਆਂ ਦਾ ਹੋਇਆ ਨੁਕਸਾਨ। ਅਗਲੀ ਗੱਲ, ਮੈਨੂੰ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਯਾਦ ਆ ਗਿਆ। ਤੁਸੀਂ ਕਹੋਗੇ ਇੰਦਰਾ ਗਾਂਧੀ ਵਾਲਾ ਕੱਲ ਉੱਥੇ ਕੀਤਾ ਗਿਆ ਪਰਸੋਂ, ਉਹਦੇ ਪਿੱਛੇ ਕਿਸੇ ਨਾ ਕਿਸੇ ਦੀ ਚਾਲ ਹੈ ਉਹਨਾਂ ਬੱਚਿਆਂ ਤੋਂ ਕਰਵਾਉਣ ਦੀ। ਉਹ ਚਾਲ ਕੀ ਹੈ ਕਿ ਉੱਥੇ ਅਸਾਈਲਮ ਜਿਹੜਾ ਸੀ, ਜਦੋਂ ਟੈਰਰਿਜ਼ਮ ਦੇ ਦੌਰਾਨ ਜਿਹੜੇ ਬੱਚੇ ਗਏ ਨੇ, ਉਹਨਾਂ ਦਿਨਾਂ 'ਚ ਉਹ ਵੀ ਬੱਚੇ ਬਹੁਤ ਗਏ ਸੀ, ਉਹਨਾਂ ਨੂੰ ਇਧਰੋਂ ਚਿੱਠੀਆਂ ਬਣਾ ਕੇ ਦਿੱਤੀਆਂ ਜਾਂਦੀਆਂ ਸੀ ਜਾਂ ਕੋਈ ਏਦਾਂ ਦਾ ਡਾਕੂਮੈਂਟ ਤਿਆਰ ਕਰਕੇ ਦਿੱਤੇ ਜਾਂਦੇ ਸੀ। ਏਜੰਟ ਵੀ ਦਿੰਦੇ ਸੀ, ਹੋਰ ਵੀ ਬੰਦੇ ਦਿੰਦੇ ਸੀ। ਉਹ ਉਹਨਾਂ ਦੇ ਜਾ ਕੇ ਉਸ ਬੇਸਿਸ ਦੇ ਉੱਤੇ ਜਾ ਕੇ ਉੱਥੇ ਅਸਾਈਲਮ ਦੇ ਬੇਸਿਸ ਤੇ ਉੱਥੇ ਜਾ ਕੇ ਸੈਟਲ ਹੁੰਦੇ ਸੀ। ਹੁਣ ਉਹ ਇੰਦਰਾ ਗਾਂਧੀ ਵਾਲਾ ਇਨਸੀਡੈਂਟ ਆ, ਉਹਨੂੰ ਉਧਰ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਬੱਚਾ ਵਾਸਤੇ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਔਰ ਉਹ ਨਹੀਂ ਸਮਝਦਾ। ਸਿੱਧੂ ਸਾਹਿਬ ਗੱਲ ਸੁਣੋ, ਸਿੱਧੂ ਸਾਹਿਬ, ਇਹ ਗੱਲ ਮੇਰਾ ਖਿਆਲ ਹੈ ਤੁਹਾਡੇ ਨਾਲ ਸਹਿਮਤ ਹੋਣਾ ਥੋੜਾ ਜਿਹਾ ਮੁਸ਼ਕਲ ਲੱਗਦਾ ਹੈ, ਕਿਉਂਕਿ ਉੱਥੇ ਤਾਂ ਗੋਲਡੀ ਬਰਾੜ ਵੀ ਤਾਂ ਸਟੱਡੀ ਵੀਜ਼ੇ ਤੇ ਗਿਆ ਸੀ, ਔਰ ਜਿੰਨੇ ਗੈਂਗਸਟਰ ਹੁਣ ਫੜੇ ਗਏ ਨੇ, ਕੋਈ ਮਾਰਿਆ ਗਿਆ, ਉਹ ਵੀ ਉਹਨਾਂ ਦੀ ਲਿਸਟ ਦੇਖ ਲਓ, ਬਹੁਤ ਸਾਰੇ ਸਟੱਡੀ ਵੀਜ਼ੇ ਤੇ ਗਏ ਨੇ। ਜਿਹੜੇ ਕ੍ਰਿਮੀਨਲ ਫੜੇ ਜਾਂਦੇ ਨੇ ਉਹ ਵੀ ਸਟੱਡੀ ਵੀਜ਼ੇ ਤੇ ਗਏ ਨੇ। ਉਹ ਸਾਰੇ ਕੋਈ ਇਸ ਤਰ੍ਹਾਂ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਤੇ ਥੋੜੀ ਗਏ ਨੇ। ਇਸ ਤਰ੍ਹਾਂ ਦੀ ਕੋਈ ਗੱਲ ਮੈਨੂੰ ਲੱਗਦੀ ਨਹੀਂ, ਬਲਕਿ ਉਹਦੇ ਨਾਲ ਉਲਟਾ ਹੋ ਸਕਦਾ ਹੈ, ਕਿਉਂਕਿ ਜਿੰਨੀ ਵੱਡੀ ਗਿਣਤੀ 'ਚ ਹੁਣ ਉੱਥੇ ਪੰਜਾਬੀ ਨੇ, ਉਹਨਾਂ ਦਾ ਪ੍ਰੈਸ਼ਰ, ਜਗਮੀਤ ਸਿੰਘ ਦਾ ਜਿਵੇਂ ਪ੍ਰੈਸ਼ਰ ਬਣਿਆ, ਤੇ ਮੈਨੂੰ ਤਾਂ ਆਸ ਨਜ਼ਰ ਆਉਂਦੀ ਹੈ। ਬਾਕੀ ਸਭ ਦਾ ਆਪਣਾ ਆਪਣਾ ਖਿਆਲ ਹੈ, ਲੇਕਿਨ ਕੀ ਪੰਜਾਬ ਸਰਕਾਰ ਜਾਂ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸੱਦਾ ਦਿੱਤਾ ਵਾਪਸ ਮੁੜਿਆਓ, ਇੱਕ ਪਾਸੇ ਉਹ ਕਹਿੰਦੇ IELTS ਅਸੀਂ ਕਲਾਸਾਂ 'ਚ ਪੜਾਵਾਂਗੇ, ਕੋਈ ਕਲੈਰਿਟੀ ਵੀ ਹੈ ਸਰਕਾਰ ਕੋਲ? ਇਹ ਵੀ ਇੱਕ ਵੱਡਾ ਮੁੱਦਾ ਹੈ, ਇਹ ਤੇ ਵੀ ਗੱਲ ਕਰਨੀ ਬਣਦੀ ਹੈ। ਖੈਰ ਹੁਣ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਪਹਿਲਾਂ ਲੈ ਲਈਏ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਧਾਰਨੀ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਕੀ ਤੁਹਾਨੂੰ ਲੱਗਦਾ ਹੈ ਜਦੋਂ ਇਹ ਸਾਰਾ ਕੁਝ ਹੁੰਦਾ ਹੈ ਅਸੀਂ ਆਪਣੀਆਂ ਸਰਕਾਰਾਂ ਨੂੰ ਮਾਫ ਕਰੀਏ, ਸਰਕਾਰਾਂ ਦੀ ਕੋਈ ਗਲਤੀ ਨਹੀਂ, ਜਾਂ ਸਰਕਾਰਾਂ ਨੂੰ ਕਰਨਾ ਕੀ ਚਾਹੀਦਾ?
ਦੇਖੋ ਸਰਕਾਰਾਂ ਨੂੰ ਇਹ ਬਿਲਕੁਲ ਸਹੀ ਗੱਲ ਹੈ ਸਿੱਧੂ ਸਾਹਿਬ ਦੀ ਕਿ ਸਾਡੇ ਲੋਕਾਂ ਦੇ ਵਿੱਚ ਲਸਟ ਇੰਨੀ ਹੈਗੀ ਹੈ ਕਿ ਇਸ ਦੇ ਉੱਤੇ ਚਲੋ ਮੈਕਸੀਕੋ ਚੱਲੀਏ ਵਰਗੀਆਂ ਫਿਲਮਾਂ ਤੱਕ ਬਣ ਗਈਆਂ। ਉਹਦੇ ਵਿੱਚ ਇਹ ਵੀ ਦਿਖਾਇਆ ਕਿ ਕਿੰਨੇ ਬੱਚੇ ਜਿਹੜੇ ਹੈਗੇ ਇਸ ਗੱਲ ਦੇ ਵਿੱਚ ਮਰ ਜਾਂਦੇ ਹੈਗੇ ਆ। ਮੈਂ ਸਿੰਪਲ ਗੱਲ ਇੰਨੀ ਉਹ ਕਰਦਾ ਕਿਉਂਕਿ ਮੈਂ ਅੱਜ ਸਾਰਥਕ ਤਰੀਕੇ ਨਾਲ ਇਹ ਰੱਖਣਾ ਚਾਹੁੰਦਾ ਸੀ। ਮੋਦੀ ਸਾਹਿਬ ਦੀ ਜਿੱਥੋਂ ਤੱਕ ਗੱਲ ਹੈਗੀ ਆ, ਮੋਦੀ ਸਾਹਿਬ ਦੀ ਕੋਈ ਸੁਣੂਗਾ ਜਾਂ ਮੰਨੂਗਾ ਕਿ ਨਹੀਂ ਮੰਨੂਗਾ। ਦੂਜਾ ਇੰਦਰਾ ਗਾਂਧੀ ਦੀ ਜਿਹੜੀ ਹੈਗੀ ਆ ਉਹ ਬਣਾ ਕੇ ਉਹਨਾਂ ਨੇ ਕਰਨਾ। ਪਰ ਮੈਂ ਇੱਕ ਸਮਝਦਾ ਵਕੀਲ ਹੋਣ ਦੇ ਨਾਤੇ ਇਹ ਇੱਕ ਐਡਾ ਵੱਡਾ ਮਾਫੀਆ ਹੈਗਾ, ਐਡਾ ਵੱਡਾ ਮਾਫੀਆ ਜਿਹਨੂੰ ਨੱਥ ਪਾਉਣਾ ਅਸੰਭਵ ਹੈ। ਤੁਸੀਂ ਥੱਲੇ ਤੋਂ ਚਲੇ ਜਾਓ, ਮੈਂ ਕਹਿੰਦਾ ਪੁਲਿਸ ਲੈਵਲ ਤੋਂ ਲੈ ਕੇ ਜਿਹੜੀ ਪੁਲਿਸ ਕਲੀਅਰੈਂਸ ਤੋਂ ਲੈ ਕੇ ਜਿਹੜਾ ਜਿੰਨੇ ਏਜੰਟ ਬੈਠੇ ਹੈਗੇ ਆ, ਇਹ ਏਜੰਟਾਂ ਦੀਆਂ ਕਾਰਵਾਈਆਂ ਤੋਂ ਲੈ ਕੇ ਫਿਰ ਦੇਖੋ ਜਦੋਂ ਕਿਸੇ ਬੱਚੇ ਦਾ ਵੀਜ਼ਾ ਲੱਗ ਜਾਂਦਾ ਉਹਨੂੰ 1 ਨੰਬਰ ਦੇ ਵਿੱਚ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਆ। ਉਸ ਦੇ ਬੱਚੇ ਦੇ ਪੈਸੇ ਕੋਈ ਬੰਦਾ ਜਿਹੜਾ ਜਮ੍ਹਾਂ ਕਰਾਉਂਦਾ 5 ਤੋਂ ਲੈ ਕੇ 10% ਤੱਕ ਉਹ ਵਿਆਜ ਲੈਂਦੇ ਹੈਗੇ ਆ। ਇਹ ਸ਼ੋਸ਼ਣ ਹੈ ਜਿਹੜਾ, ਇਹਨੂੰ ਜਿਹੜੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸੀ ਨਾ, ਇਹ ਤਾਂ ਹੁਣ ਕ੍ਰੈਡਿਟ ਵਾਰ ਕਰ ਰਹੇ ਹੈਗੇ ਆ ਵੀ ਅਸੀਂ ਜੀ ਬੱਚੇ ਬਚਾ ਲੇ। ਔਰ ਇਹਨਾਂ ਦੇ ਬਚਾਉਣ ਦਾ ਕੱਖ ਨਹੀਂ, ਇਹ ਇੰਟਰਨੈਸ਼ਨਲ ਲਾਅ ਹੈ। ਉਹ ਆਪਣੀ ਪਾਰਲੀਮੈਂਟ ਦੇ ਵਿੱਚ ਕੋਈ ਲਾਅ ਪਾਸ ਕਰਦੇ ਆ, ਇਹਨਾਂ ਬੱਚਿਆਂ ਨੂੰ ਕੋਈ ਜਿਹੜਾ ਰਹਿਮ ਦੀ ਸੰਭਾਵਨਾ ਹੋ ਜਾਂਦੀ ਹੈ ਤੇ ਵੱਖਰੀ ਗੱਲ ਹੈਗੀ ਆ। ਪਰ ਜੇ ਕਹਿਣ ਵੀ ਮੋਦੀ ਸਾਹਿਬ ਨੇ ਵਿਚਾਲੇ ਉਹਨਾਂ ਦੀ ਬੜੀ ਛਾਪ ਹੈ, ਬੜਾ ਕੱਦ ਹੈ, ਜਾਂ ਧਾਲੀਵਾਲ ਸਾਹਿਬ ਉੱਥੇ ਵਕੀਲਾਂ ਦਾ ਪੈਨਲ ਭੇਜ ਕੇ, ਸਾਡੇ ਵਰਗੇ ਵਕੀਲਾਂ ਨੂੰ ਉੱਥੇ ਅਪੀਅਰ ਹੋਣ ਦੀ ਕੋਈ ਉਹ ਨਹੀਂ ਹੈਗੀ, ਪਰਮਿਸ਼ਨ ਨਹੀਂ ਹੈਗੀ। ਇਹ ਉੱਥੇ ਦੇ ਵਕੀਲ ਹੀ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਉਹ ਅਪੀਅਰ ਹੋ ਸਕਦੇ ਆ। ਮੈਂ ਪਰ ਅਲਟੀਮੇਟਲੀ ਇੱਕੋ ਗੱਲ ਕਹੂੰਗਾ ਕਿ ਇਹ ਇੱਕ ਨੈਕਸਸ ਹੈ, ਬਹੁਤ ਵੱਡਾ ਮਾਫੀਆ ਹੈ। ਜਿਵੇਂ ਚਾਂਦੀ ਜੀ ਨੇ ਸ਼ੁਰੂ ਦੇ ਵਿੱਚ ਕਿਹਾ ਤਾਂ ਆਉਂਦਿਆਂ ਨੇ ਚਾਂਦੀ ਸਾਹਿਬ ਨੂੰ ਸੰਭਾਲ ਲਿਆ ਵੀ ਮੇਰੀ ਦੁਕਾਨਦਾਰੀ ਚੱਲਦੀ ਰਹਿ ਸਕੇ। ਦੇਖੋ ਇਹ ਇੱਕ ਮਾਫੀਆ ਹੋਰ ਤੁਹਾਨੂੰ ਮੈਂ ਦੱਸਦਾ ਵਾਲੀਆ ਸਾਹਿਬ, ਤੁਸੀਂ ਇਹਦੇ ਤੇ ਜ਼ਰੂਰ ਜਿਹੜਾ ਹੈਗਾ ਪੂਰੀ ਖੋਜਬੀਨ ਕਰਿਓ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਆਈਲੈਟਸ ਕਰਾਉਣ ਦੇ ਬੱਚੇ ਤੋਂ ਕਿੰਨੇ ਪੈਸੇ ਲਏ ਜਾਂਦੇ ਆ? ਆਈਲੈਟਸ ਦੀ ਫੀਸ ਕਿੰਨੀ ਹੈਗੀ ਆ? ਇੱਕ ਬੈਚ ਜਿਹੜਾ ਹੈਗਾ ਤਕਰੀਬਨ 1 ਮਹੀਨੇ ਜਾਂ 2 ਮਹੀਨੇ ਦੇ ਵਿੱਚ ਜਿਹੜੇ ਹੁੰਦੇ ਹੈਗੇ ਆ, ਕਿੰਨੇ 100 ਕਰੋੜ ਰੁਪਈਆ ਇੱਕ ਬੈਚ ਦਾ ਆਈਲੈਟਸ ਦੀ ਫੀਸ ਔਰ ਆਈਲੈਟਸ ਦੀ ਕਰਵਾਉਣ ਵਾਲਿਆਂ ਦੀ ਫੀਸ ਜਿਹੜੀ ਹੈਗੀ ਆ, ਉਹ ਕਿੱਥੇ ਜਾ ਰਿਹਾ ਪੈਸਾ, ਉਹ ਕਿੱਥੇ ਇਕੱਠਾ ਹੋ ਰਿਹਾ ਪੈਸਾ? ਤੇ ਫਿਰ ਇਹ ਬੱਚਿਆਂ ਨੇ ਤਾਂ ਵਿਚਾਰਿਆਂ ਨੇ ਜਿਹੜੇ ਇਸ ਤਰ੍ਹਾਂ ਸ਼ੋਸ਼ਣ ਕਰਾ ਕੇ ਗਏ ਆ। ਬਿਲਕੁਲ ਧਾਰਨੀ ਸਾਹਿਬ, ਦੋਨੇ ਗੱਲਾਂ ਤੁਹਾਡੀਆਂ ਠੀਕ ਨੇ। ਇੱਕ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਕਰੈਕਟ ਕਰਦਾ, ਧਾਲੀਵਾਲ ਸਾਹਿਬ ਨੇ ਇਹ ਕਹਿੰਦੀ ਨੇ ਕਿ ਉੱਥੋਂ ਦੇ ਵਕੀਲ ਹੋਣਗੇ, ਨਾ ਕਿ ਜਿਵੇਂ ਤੁਸੀਂ ਕਹਿੰਦੇ ਹੋ ਇੰਡੀਆ ਦੇ ਵਕੀਲ ਹੋਣਗੇ। ਬਾਕੀ ਆ ਜਿਹੜਾ ਆਈਲੈਟਸ ਸੈਂਟਰਾਂ ਦੇ ਵਿੱਚ ਤਾਂ ਉੱਥੇ ਵੀ ਤਾਂ ਹੇਰਾਫੇਰੀ ਹੋਣ ਲੱਗੀ, ਬੈਂਡ ਦੇ ਲੱਖ ਰੁਪਈਆ ਚੱਲਦਾ ਸੀ। ਖੈਰ, ਰਮਨ ਚਾਂਦੀ ਜੀ ਜਿਹੜਾ ਸਵਾਲ ਉਠਾਇਆ ਸਿੱਖਾਂ ਵਾਲਾ ਸਾਹਿਬ ਨੇ, ਤੇ ਇਹ ਜੇ ਇਹੋ ਜਿਹਾ ਕੁਝ ਚੱਲਦਾ ਬੜੇ ਦੁੱਖ ਦੀ ਗੱਲ ਹੈ। ਉਹ ਤਾਂ ਕਹਿੰਦੇ ਉਹਨਾਂ ਨੇ ਉਹ ਵੀ ਦਿਖਾਤਾ ਸੋਸ਼ਲ ਮੀਡੀਆ ਤੇ ਵੀ ਆਹ ਦੇਖੋ ਪੈਸੇ ਪਾਏ ਨੇ ਮੈਂ, ਤੇ ਤੁਹਾਡੀ ਸਰਕਾਰ ਜਾਂ ਤੁਹਾਡੀ ਪਾਰਟੀ ਕੀ ਕਹਿੰਦੀ ਹੈ? ਦੇਖੋ ਇਸ ਦੇ ਸੰਬੰਧ ਵਿੱਚ ਮੈਂ ਇਹੀ ਕਹਿ ਸਕਦਾ ਕਿ ਜੇਕਰ ਉਹ ਸ਼ਿਕਾਇਤ ਕਰੇਗਾ, ਵਾਕਈ ਇਹ ਗੱਲ ਪ੍ਰੂਫ ਹੋਏਗੀ ਕਿ ਉਸ ਲੀਡਰ ਦੇ ਖਾਤੇ ਦੇ ਵਿੱਚ ਇਮੀਗ੍ਰੇਸ਼ਨ ਦੇ ਇਸ ਮਾਲਕ ਵੱਲੋਂ ਪੈਸੇ ਪਾਏ ਗਏ ਨੇ, ਤਾਂ ਇਹ ਸੁਭਾਵਕ ਹੈ, ਤੁਹਾਨੂੰ ਵੀ ਪਤਾ ਕਿ ਮਾਨ ਸਰਕਾਰ ਕਾਰਵਾਈ ਕਰੇਗੀ ਔਰ ਸਾਹਮਣੇ ਆਏਗੀ। ਨੰਬਰ 1 ਮੈਂ ਵਾਅਦਾ ਕਰਕੇ ਜਾਣਾ ਕਿ ਕੋਈ ਵੀ ਲੀਡਰ ਹੋਵੇ ਆਮ ਆਦਮੀ ਪਾਰਟੀ ਦਾ, ਜੇ ਕਰਪਸ਼ਨ ਕਰਦਾ ਕਿਸੇ ਵੀ ਤਰੀਕੇ ਫੜਿਆ ਗਿਆ ਤਾਂ ਕਾਰਵਾਈ ਉਹ ਤੇ 100% ਸੰਭਵ ਹੈ। ਹੁਣ ਰਹੀ ਗੱਲ, ਦੇਖੋ ਇੱਕ ਗੱਲ ਤਾਂ ਤੁਸੀਂ ਧਾਰਨੀ ਸਾਹਿਬ ਨੂੰ ਕਲੀਅਰ ਕਰ ਦਿੱਤੀ ਹੈ ਕਿ ਮੌਜੂਦਾ ਪੰਜਾਬ ਸਰਕਾਰ ਨੇ ਜੋ ਵੀ ਐਫਰਟਸ ਕੀਤੇ ਨੇ 700 ਬੱਚਿਆਂ ਨੂੰ ਉਹਨਾਂ ਦੇ ਭਵਿੱਖ ਨੂੰ ਬਚਾਉਣ ਦੇ ਲਈ, ਉਹ ਸਿਰਫ ਐਜ਼ ਏ ਫਸਟ ਏਡ, ਦੇਖੀਏ ਸੂਬਾ ਸਰਕਾਰ ਤੇ ਕੇਂਦਰ ਦੀ ਸਰਕਾਰ ਮਿਲ ਕੇ ਸਾਰਾ ਕੁਝ ਕਰ ਸਕਦੀ ਹੈ ਔਰ ਇਹਨਾਂ ਚੀਜ਼ਾਂ ਨੂੰ ਹੋਣ ਤੋਂ ਰੋਕ ਵੀ ਸਕਦੀ ਹੈ। ਦੇਖੋ ਸਾਡੀ ਸਰਕਾਰ ਆਈ ਨੂੰ ਸਿਰਫ 15 ਮਹੀਨੇ ਹੋਏ ਨੇ, ਪਹਿਲਾਂ ਜੋ ਕੁਝ ਹੋਇਆ ਇੱਕ ਮੈਂ ਕਲੀਅਰ ਕੱਟ ਗੱਲ ਦੱਸਦਾ ਕੀ ਹੁੰਦਾ ਸੀ, ਕਿਸ ਤਰ੍ਹਾਂ ਸਿਸਟਮ ਚੱਲਦਾ ਸੀ। ਜਦੋਂ ਵਿਧਾਨ ਸਭਾ ਚੋਣਾਂ ਆਉਣੀਆਂ ਨੇ ਤਾਂ ਜਿਹੜੇ ਅਜਿਹੇ ਨੈਕਸਸ ਸੀਗੇ, ਇਸ ਤਰ੍ਹਾਂ ਦੇ ਅਨੇਕਾਂ ਹੋਰ ਨੈਕਸਸ ਨੇ ਆਪਣੇ ਇੱਧਰ ਸੂਬਿਆਂ ਦੇ ਵਿੱਚ ਵੀ ਜਿਹੜੇ ਬੈਠੇ ਨੇ, ਉਹ ਫੰਡ ਦੇ ਤੌਰ ਤੇ ਕੋਈ ਲੱਖ, ਕੋਈ 2 ਲੱਖ, ਕੋਈ 4, ਕੋਈ 5 ਕੰਮ ਦੇ ਹਿਸਾਬ ਨਾਲ ਉਮੀਦਵਾਰ ਨੂੰ ਦੇ ਦਿੰਦਾ ਸੀ। ਉਮੀਦਵਾਰ ਨੂੰ ਦੇਣ ਤੋਂ ਬਾਅਦ ਜਿਹਦੀ ਸਰਕਾਰ ਬਣਦੀ ਸੀ ਉਹ ਯਾਰ ਇੱਧਰ ਨਾ ਝਾਕੀ। ਲੇਕਿਨ ਜਦੋਂ ਆ ਨੁਕਸਾਨ ਐਡਾ ਵੱਡਾ ਹੁੰਦਾ, ਇਹ ਅਰਬਾਂ ਰੁਪਏ ਦਾ ਨੁਕਸਾਨ ਹੈ। ਤੁਸੀਂ ਸੋਚ ਕੇ ਦੇਖੋ, ਅਰਬਾਂ ਰੁਪਏ ਦਾ ਭਵਿੱਖ ਤਾਂ ਇੱਕ ਵੱਖਰਾ ਮੁੱਦਾ ਹੈ ਹੀ ਆ ਬੱਚਿਆਂ ਦਾ।
ਸਾਡੇ ਅਰਬ ਸਾਡਾ ਬ੍ਰਿਲੀਅੰਟ ਬ੍ਰੇਨ ਹੈ ਜਿਹੜਾ ਉਹ ਬਾਹਰ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਦੇਖੋ ਉਪਰਾਲੇ ਬਹੁਤ ਕਰਨੇ ਪੈਣਗੇ। ਜੇ ਅੱਜ ਮਾਨ ਸਰਕਾਰ ਸੁਹਿਰਦ ਵੀ ਹੈ ਨਾ ਵੀ ਬੱਚੇ ਘੱਟ ਤੋਂ ਘੱਟ ਬਾਹਰ ਜਾਣ, ਲੇਕਿਨ ਫੇਰ ਵੀ ਸੋਚ ਹੈ। ਹੁਣ ਮੇਰੇ ਆਪਣੇ ਸ਼ਹਿਰ ਦੇ ਵਿੱਚੋਂ ਡੌਂਕੀ ਦਾ ਨਾਮ ਆਇਆ, ਮੈਂ ਨਾਂ ਨਹੀਂ ਲੈ ਸਕਦਾ। 4 ਬੱਚੇ ਪਹੁੰਚ ਚੁੱਕੇ ਨੇ ਅਮਰੀਕਾ, 2 ਪੈਂਡਿੰਗ ਨੇ, 3 ਮਹੀਨਿਆਂ ਤੋਂ ਦੁਬਈ ਦੇ ਵਿੱਚ ਬੈਠੇ ਨੇ। ਮੇਰੇ ਆਪਣੇ ਸ਼ਹਿਰ ਦੇ ਜਿਹੜੇ ਮੇਰੇ ਜਾਣਕਾਰ ਨੇ, ਔਰ ਰੁਪਈਆ ਕਿੰਨਾ ਖਰਚਿਆ ਉਹਨਾਂ ਨੇ ਜੀ? 40 ਲੱਖ ਰੁਪਈਆ ਇੱਕ ਜਾਣੇ ਦਾ। ਸੋ ਮੈਂ ਕਈ ਵਾਰ ਉਹਨਾਂ ਦੇ ਫਾਦਰ ਨੂੰ ਹੱਸਦਾ ਹੁੰਦਾ, ਮੈਂ ਕਿਹਾ ਯਾਰ ਐਡਾ ਰਿਸਕ ਲੈ ਕੇ ਤੁਸੀਂ ਭੇਜਦੇ ਹੋ, ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ 40 ਲੱਖ ਰੁਪਈਆ ਲਾ ਕੇ ਇੱਧਰ ਹੀ ਕੰਮ ਕਰਾ ਲਓ। ਸੋ ਸਾਨੂੰ ਇਹ ਚਾਹੀਦਾ ਕਿ ਉਹਨਾਂ ਪਰਿਵਾਰਾਂ ਲਈ ਵੀ ਕਾਉਂਸਲਿੰਗ ਚਾਹੀਦੀ ਹੈ ਜਿਹੜੇ ਤਰਜੀਹ ਦਿੰਦੇ ਨੇ ਬਾਹਰ ਜਾਣ ਲਈ ਆਪਣੇ ਬੱਚਿਆਂ ਦੀ। ਜੇਕਰ ਆਪਾਂ 40 ਲੱਖ ਰੁਪਇਆ ਲਾ ਕੇ ਇੱਧਰ ਵੀ ਕਰ ਦਈਏ। ਇੱਕ ਲਾਸਟ ਸਰ, ਇੱਕ ਮੈਂ ਇਹ ਕਹਿਣਾ ਚਾਹੁੰਦਾ, ਦੇਖੋ 30 ਸਤੰਬਰ ਤੱਕ ਮੌਜੂਦਾ ਪੰਜਾਬ ਸਰਕਾਰ ਨੇ, ਧਾਲੀਵਾਲ ਸਾਹਿਬ ਨੇ ਇੱਕ NRI ਪਾਲਿਸੀ ਦਾ ਹੁਕਮ ਕਰਤਾ ਕਿ 30 ਸਤੰਬਰ ਤੱਕ ਆਉਣੀ ਹੀ ਚਾਹੀਦੀ ਹੈ। ਨੰਬਰ 2 ਦੇ ਉੱਤੇ ਇਹ ਜਿਹੜਾ ਮਾਫੀਆ ਬੈਠਾ ਪੰਜਾਬ ਦੇ ਅੰਦਰ, 10 ਜੁਲਾਈ ਤੱਕ ਹੁਕਮ ਕਰ ਦਿੱਤੇ ਗਏ ਨੇ NRI ਡਿਪਾਰਟਮੈਂਟ ਨੂੰ ਕਿ ਉਹਨਾਂ ਦੀ ਸ਼ਨਾਖਤ ਕਰਕੇ ਜਿੰਨੇ ਵੀ ਇਲੀਗਲ ਬੈਠੇ ਨੇ ਔਰ ਉਹਨਾਂ ਤੇ ਕਾਰਵਾਈ ਹੋਏਗੀ। ਇਹ ਮੈਂ ਵਾਅਦਾ ਕਰਕੇ ਜਾਣਾ ਤੁਹਾਡੇ ਚੈਨਲ। ਚਲੋ ਬਹੁਤ ਵਧੀਆ, ਜੇ ਹੋ ਜਾਏ ਜੋ ਬਹੁਤ ਅੱਛੀ ਗੱਲ ਹੈ। ਅਮਰਜੀਤ ਸਿੰਘ ਸਾਹਿਬ, ਜੇ ਕੋਈ ਤਰਕ ਦੀ ਗੱਲ ਹੈ ਤਾਂ ਕਰੋ, ਆਪਾਂ ਅਖਬਾਰੀ ਗੱਲਾਂ ਨਾ ਕਰੀਏ। ਅਮਰਜੀਤ ਸਿੰਘ ਸਾਹਿਬ। ਵਾਲੇ ਸਾਹਿਬ ਦੇਖੋ, ਅਖਬਾਰੀ ਗੱਲਾਂ ਤਾਂ ਨਹੀਂ ਕਰਾਂਗੇ, ਪਰ ਜਿਹੜੀ ਗੱਲ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਿੰਨਾ ਫੰਡ ਵਿਦੇਸ਼ਾਂ 'ਚ ਜਾ ਰਿਹਾ, ਜਿੰਨੇ ਸਟੂਡੈਂਟਸ ਗਏ ਆ, ਮੈਂ ਕਹਾਂਗਾ ਕਿ ਥੋੜੇ ਨਹੀਂ, ਬਹੁਤਿਆਂ ਨੇ ਜਿਹੜੇ ਫੀਸਾਂ ਦਿੱਤੀਆਂ ਨੇ, ਮਾਪਿਆਂ ਨੇ 20-25 ਲੱਖ ਰੁਪਏ ਫੀਸਾਂ ਦਿੱਤੀਆਂ ਨੇ, ਉਹਨਾਂ ਨੇ ਜਿਹੜੇ ਫੀਸਾਂ ਕਰਜ਼ੇ ਚੱਕ ਕੇ ਬੈਂਕਾਂ ਦੇ ਕੋਲੋਂ ਲਿੰਕਾਂ ਚੱਕ ਕੇ ਫੀਸਾਂ ਤਾਰੀਆਂ। ਸੋ ਇਸ ਕਰਕੇ ਵੀ ਇੱਕ ਜਿਹੜੀ ਹੈਗੇ ਇਨਸਾਨੀਅਤ ਦੇ ਤੌਰ ਤੇ, ਮੈਂ ਕਹਾਂ ਮਰਸੀ ਦੇ ਤੌਰ ਤੇ ਵੀ ਇਹ ਅਸੀਂ ਚਾਹੁੰਦੇ ਹਾਂ ਕਿ ਬੱਚੇ ਜਿਹੜੇ ਹੈਗੇ ਉੱਥੇ ਰਹਿਣ, ਉੱਥੇ ਵਸਣ, ਕਿਉਂਕਿ ਪਹਿਲਾਂ ਡੌਂਕੀ ਲਾ ਕੇ ਜਾਂਦੇ ਹੁੰਦੇ ਸੀ। ਫਿਰ ਇੱਕ ਐਜੂਕੇਸ਼ਨ ਸਟੱਡੀ ਦਾ ਇੱਕ ਵਿਜ਼ੇ ਦਾ ਇੱਕ ਐਸਾ ਪ੍ਰਪੋਜ਼ਲ ਆਇਆ ਕਿ ਜਿੱਥੋਂ ਸਾਰੇ ਨੂੰ ਲੱਗਾ ਕਿ 1 ਨੰਬਰ 'ਚ ਸ਼ਾਇਦ ਸਾਡਾ ਬੱਚਾ ਬਾਹਰ ਇਹਦੇ ਪੱਕਾ ਹੋ ਜਾਵੇ। ਹੁਣ ਜਿਹੜੀ ਗੱਲ ਅਸੀਂ ਕਰਦੇ ਹਾਂ ਕਿ 700 ਬੱਚਾ ਉੱਥੇ ਵਿਦੇਸ਼ਾਂ ਦੇ ਵਿੱਚ ਗਿਆ, ਉਸ ਤਰ੍ਹਾਂ ਹੁਣ ਗਿਣਤੀ 900 ਹੋ ਗਈ, ਔਰ ਆਉਣ ਵਾਲੇ ਦਿਨਾਂ 'ਚ ਅੰਕੜੇ 'ਚ ਸਾਨੂੰ ਲੱਗ ਰਿਹਾ ਵਧਣਗੇ। ਸੋ ਅਸੀਂ ਉਮੀਦ ਕਰਦੇ ਹਾਂ ਕਿ ਭਾਰਤ ਸਰਕਾਰ, ਸਟੇਟ ਗਵਰਨਮੈਂਟ, ਕੈਨੇਡਾ ਦੀ ਗਵਰਨਮੈਂਟ ਤੱਕ ਇੱਕ ਅੱਛੇ ਤਰੀਕੇ ਨਾਲ ਅਪਰੋਚ ਕਰਨ, ਇਸ ਕੇਸ ਨੂੰ ਅੱਛੇ ਤਰੀਕੇ ਨਾਲ ਰਿਪਰੈਜ਼ੈਂਟ ਕਰਨ, ਕਿਉਂਕਿ ਇਹਦੇ ਵਿੱਚ ਨਾ ਬੱਚਿਆਂ ਦੀ ਕੋਈ ਗਲਤੀ ਹੈ, ਨਾ ਬੱਚਿਆਂ ਦੇ ਮਾਪਿਆਂ ਦੀ ਕੋਈ ਗਲਤੀ ਹੈ। ਸੋ ਬੱਚਿਆਂ ਨੇ ਤੇ ਆਪਣੇ ਉਜਵਲ ਭਵਿੱਖ ਦੇ ਲਈ ਇੱਕ ਚੰਗੇ ਫਿਊਚਰ ਦੇ ਲਈ ਉੱਥੇ ਵਿਦੇਸ਼ਾਂ 'ਚ ਜਾਣ ਦਾ ਸੋਚਿਆ ਸੀ, ਕਿਉਂਕਿ ਸਾਡੇ ਪੰਜਾਬ ਦੇ ਲੰਬੇ ਸਮੇਂ ਤੋਂ ਲੱਤ ਬਣ ਚੁੱਕੀ ਹੈ। ਗਿੰਦੇ ਸਾਹਿਬ, ਜਿਹੜਾ ਨੁਕਤਾ ਤੁਸੀਂ ਹੁਣ ਫੜਿਆ ਨਾ, ਅਸਲ ਇਹੀ ਨੁਕਤੇ ਤੇ ਗੱਲ ਕਰਨੀ ਬਣਦੀ ਹੈ ਸਾਨੂੰ ਸਭ ਨੂੰ ਕਿ ਜੇ ਸਾਰਾ ਕੁਝ ਪੰਜਾਬ 'ਚ ਹੀ ਠੀਕ ਹੁੰਦਾ ਤੇ ਫਿਰ ਕਿਉਂ ਹੁੰਦਾ। ਮੇਰਾ ਆਪਦਾ ਬੇਟਾ ਗੋਲਡ ਮੈਡਲਿਸਟ ਔਰ ਟਾਈਮਜ਼ ਆਫ ਇੰਡੀਆ 'ਚ ਕੰਮ ਕਰਦਾ, ਕਹਿੰਦਾ ਪਾਪਾ ਇੱਥੇ ਹੈ ਕੀ, ਵੱਧ ਤੋਂ ਵੱਧ ਜੇ ਮੈਂ ਟੀਚਿੰਗ 'ਚ ਵੀ ਚਲਾ ਗਿਆ ਤਾਂ 21,600 ਤੇ ਮੈਂ ਕੀ ਗੁਜ਼ਾਰਾ ਕਰੂੰ। ਤੇ ਸਾਡੇ ਕੋਲ ਉਹਨਾਂ ਨੂੰ ਉਹਨਾਂ ਦੀ ਕੁਆਲੀਫਿਕੇਸ਼ਨ ਦੇਣ ਦੇ ਬਰਾਬਰ ਦਾ ਨਹੀਂ ਹੈ ਕੋਈ ਜੌਬ। ਇਹ ਵੀ ਇੱਕ ਕਾਰਨ ਹੈ। ਜਿਹੜੀ ਥਿੰਦ ਸਾਹਿਬ ਹੁਣ ਤੁਸੀਂ ਇਹ ਤੇ ਹੁਣ ਉਂਗਲ ਰੱਖੀ ਹੈ, ਇਹ ਤੇ ਗੱਲ ਕਰਾਂਗੇ। ਸੀਖਾਂ ਵਾਲਾ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਜੀ ਕਿ ਜਿਹੜੀ ਸਾਡੀ ਸਰਕਾਰ ਆ ਉਹਨੂੰ ਅੰਪਲਾਈਮੈਂਟ ਤੇ ਸੈਲਫ ਅੰਪਲਾਈਮੈਂਟ ਬਾਰੇ ਜਿਹੜੇ ਸਾਡੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਕਿ ਇੱਥੇ ਰਹਿ ਕੇ ਆਪਣੇ ਪੰਜਾਬ ਦੀ ਸੇਵਾ ਕਰਨ, ਦੇਸ਼ ਦੀ ਸੇਵਾ ਕਰਨ। ਫਿਰ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ ਆਪਣੇ ਚਾਂਦੀ ਸਾਹਿਬ ਨੇ ਕਿ ਅਸੀਂ ਇਹਨਾਂ ਤੇ ਸਖਤੀ ਕਰਾਂਗੇ, ਕਿਤੇ ਐਸਾ ਨਾ ਹੋਵੇ ਕਿ ਜਿਹੜੇ ਪੰਜਾਬ ਦੇ ਏਜੰਟਾਂ ਤੇ ਸਖਤੀ ਕਰਦੇ ਕਰਦੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ, ਜਿਵੇਂ ਆਪਾਂ ਇੰਡਸਟਰੀਅਲਿਸਟ ਭਜਾ ਲਏ, ਬਾਕੀ ਸਾਰੇ ਭਜਾ ਲਏ, ਤੇ ਫਿਰ ਸਾਡੇ ਜਿਹੜੇ ਨੌਜਵਾਨ ਆ ਉਹ ਦਿੱਲੀ ਦੇ ਏਜੰਟਾਂ ਲਈ ਰੋਕ ਕਰਨ। ਫਿਰ ਦਿੱਲੀ ਵਾਲੇ ਜੇ ਲੁੱਟਣਗੇ ਤੇ ਦਿੱਲੀ ਵਾਲਿਆਂ ਕੋਲ ਤਾਂ ਅਸੀਂ ਕੋਈ ਉਹਨਾਂ ਦੇ ਖਿਲਾਫ ਤਾਂ ਸ਼ਿਕਾਇਤ ਵੀ ਨਹੀਂ ਕਰ ਸਕਣੀ। ਸੋ ਇਹ ਗੱਲਾਂ, ਇਹਨੂੰ ਬੈਲੈਂਸ ਰੱਖ ਕੇ ਜਿਹੜੀ ਕੋਈ ਕਾਰਵਾਈ ਕਰਨੀ ਹੈ, ਜਿਸ ਤਰ੍ਹਾਂ ਅਸੀਂ ਪਹਿਲਾਂ ਰਜਿਸਟਰਡ ਕਰਾਇਆ ਸੀ ਕਿ ਕੋਈ ਵੀ ਜਿਹੜਾ ਗੈਰ ਜ਼ਿੰਮੇਵਾਰ ਬੰਦਾ ਇਸ ਫੀਲਡ ਦੇ ਵਿੱਚ ਨਾ ਆ ਸਕੇ, ਤੇ ਜੇ ਕੋਈ 2 ਨੰਬਰ ਦਾ ਕੰਮ ਕਰਦਾ ਹੈ ਉਹਦੀ ਸ਼ਨਾਖਤ ਹੋ ਸਕੇ, ਇਸ ਤਰ੍ਹਾਂ ਦੀ ਗੱਲ ਹੋਣੀ ਚਾਹੀਦੀ ਹੈ। ਫਿਰ ਜੇ ਕੋਈ ਪੁਲਿਸ ਕੋਲੇ ਖਾਸ ਕਰਕੇ ਦਰਖਾਸਤ ਦਿੰਦਾ ਹੈ ਤਾਂ ਪੁਲਿਸ ਇਹ ਕਹਿੰਦੀ ਹੈ ਕਿ ਸਾਨੂੰ ਤੋਂ ਹਦਾਇਤਾਂ ਆਈਆਂ ਕਿ ਜਿਹੜਾ ਪੈਸਿਆਂ ਦਾ ਲੈਣ ਦੇਣ ਹੈ ਉਹਦੇ ਵਿੱਚ ਪੁਲਿਸ ਨੇ ਕੋਈ ਦਖਲਅੰਦਾਜ਼ੀ ਨਹੀਂ ਕਰਨੀ। ਤੋਂ ਇਸ ਤਰ੍ਹਾਂ ਦੇ ਕਿਸੇ ਵੀ ਵਿਅਕਤੀ ਦੇ ਖਿਲਾਫ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਇਹ ਹਜ਼ਾਰਾਂ ਹੀ ਜਿਹੜੀਆਂ ਦਰਖਾਸਤਾਂ ਹੈ ਉਹ ਪੈਂਡਿੰਗ ਪਈਆਂ, ਜਾਂ ਫਿਰ ਉਹਨਾਂ ਨੂੰ ਦਾਖਲ ਦਫ਼ਤਰ ਕਰ ਦਿੱਤਾ ਗਿਆ। ਮੇਰੇ ਆਪ ਦੇਖਣ ਦੇ ਵਿੱਚ ਹੈ, ਮੈਂ ਜਾਣਦਾ ਇਹਨਾਂ ਜੀ। ਸਿੱਖਾਂ ਵਾਲਾ ਸਾਹਿਬ ਜਿਹੜੇ ਰਮਨ ਚਾਂਦੀ ਜੀ ਕਹਿ ਰਹੇ ਨੇ, ਜਾਂ ਧਾਲੀਵਾਲ ਸਾਹਿਬ ਜਿਹੜੇ NRI ਮਿਨਿਸਟਰ ਨੇ, ਹੁਣ ਤਾਂ ਉਹਨਾਂ ਕੋਲ ਇੱਕੋ ਹੀ ਮਹਿਕਮਾ ਹੈ। ਆਸ ਕਰੀਏ ਜੇ ਉਹ NRI ਦੀਆਂ ਪ੍ਰੋਬਲਮ ਨੂੰ ਹੱਲ ਕਰਨਗੇ, ਜਿਹੜਾ ਹੁਣ ਕਹਿ ਰਹੇ ਆ ਅਸੀਂ 30 ਜੁਲਾਈ ਤੱਕ ਕਰਨੀਆਂ ਨੇ, ਉਹਦੇ 'ਚ ਇਹ ਵੀ NRI ਦੀ ਇੱਕ ਪ੍ਰੋਬਲਮ ਹੈ ਕਿ ਸਾਡੇ ਬੱਚਿਆਂ ਨੂੰ ਕਿਵੇਂ ਐਕਸਪਲॉइट ਕੀਤਾ ਜਾਂਦਾ। ਧਾਰਨੀ ਸਾਹਿਬ, ਮੈਂ ਥੋੜਾ ਇਸ਼ਾਰਾ ਦੇਖ ਲਿਆ, ਪਰ ਕਿਉਂਕਿ ਟਾਈਮ ਵੱਡਾ ਹੋਇਆ, ਮੈਂ ਨਾ ਪਹਿਲਾਂ ਜਾਇਆ ਮੈਂ ਰਤੜਾ ਸਾਹਿਬ ਕੋਲ ਤੇ ਸਿੱਧੂ ਸਾਹਿਬ ਕੋਲ, ਜੇ ਟਾਈਮ ਬਚਿਆ ਫਿਰ ਆਉਂ ਤੁਹਾਡੇ ਕੋਲ।
ਰਤਨਾ ਸਾਹਿਬ। ਹੁਣ ਆਪਾਂ ਜਦੋਂ ਇਸ ਸਮੱਸਿਆ ਦੇ ਹੱਲ ਵੱਲ ਵਧਾਂਗੇ ਤਾਂ ਇੱਕ ਤਾਂ ਮੈਂ ਸਮਝਦਾ ਕਿ ਫਾਰ ਵਨ ਸਪੈਸ਼ਲ ਚਾਂਸ ਦੇ ਤੌਰ ਤੇ ਭਾਰਤ ਸਰਕਾਰ ਨੂੰ, ਕੈਨੇਡੀਅਨ ਗਵਰਨਮੈਂਟ ਨੂੰ ਕਹਿਣਾ ਚਾਹੀਦਾ ਕਿ ਇੱਕ ਵਾਰੀ ਐਜ਼ ਏ ਸਪੈਸ਼ਲ ਮੂਵ, ਚਾਹੇ ਉੱਥੇ ਆਰਡੀਨੈਂਸ ਲਿਆਂਦਾ ਜਾਵੇ ਪਾਰਲੀਮੈਂਟ ਵਿੱਚ, ਇਨਸਾਨੀਅਤ ਦੇ ਨਾਤੇ ਇਹਨਾਂ ਬੱਚਿਆਂ ਨੇ, ਕਿਉਂਕਿ ਟੈਕਸ ਵੀ ਤਾਰਿਆ, ਉਸ ਗਵਰਨਮੈਂਟ ਨੂੰ ਇੰਨਾ ਲੰਬਾ ਸਮਾਂ ਸਟੇ ਵੀ ਹੋ ਗਿਆ, ਉਹਨਾਂ ਦੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਠੀਕ ਹੈ, ਕੰਮਕਾਰ ਕਰਦੇ ਆ, ਐਜ਼ ਏ ਸਪੈਸ਼ਲ ਕੇਸ ਇਹਨਾਂ ਨੂੰ ਇੱਕ ਵਾਰੀ ਦੀ ਮਾਫੀ ਮਿਲਣੀ ਚਾਹੀਦੀ ਔਰ ਇਹਨਾਂ ਦੀ PR ਹੋ ਜਾਣੀ ਚਾਹੀਦੀ। ਨੰਬਰ 2 ਆ ਗਿਆ ਆਪਣੇ ਘਰ। ਆਪਾਂ ਪੰਜਾਬ ਦੇ ਵਿੱਚ ਕੀ ਕੁਝ ਕਰ ਸਕਦੇ ਹਾਂ? ਸਾਡੇ ਬੱਚੇ ਜਦੋਂ ਜਾਂਦੇ ਆ ਉਦੋਂ ਪਹਿਲਾਂ ਇਹਨਾਂ ਨੂੰ ਖੁਦ ਵੀ ਥੋੜੀ ਬਹੁਤੀ ਆਪਣੀ ਜਿਹੜੀ ਹੈਗੀ ਆ ਤਿਆਰੀ ਕਰਨੀ ਚਾਹੀਦੀ ਹੈ ਕਿ ਇਹਨਾਂ ਇੰਟਰਨੈਟ ਦੇ ਉੱਤੇ ਅਪਰੂਵਡ ਗਵਰਨਮੈਂਟ ਇੰਸਟੀਟਿਊਸ਼ਨ ਜਾਂ ਸਰਕਾਰੀ ਕਾਲਜ ਜਿਹੜੇ ਆ ਉਹਨਾਂ ਨੂੰ ਪ੍ਰੈਫਰੈਂਸ ਦੇਣੀ ਚਾਹੀਦੀ ਆ। ਆਪਣੇ ਤੌਰ ਤੇ ਵੀ ਥੋੜੀ ਬਹੁਤੀ ਹਿੰਮਤ ਕਰ ਲੈਣੀ ਚਾਹੀਦੀ ਹੈ, ਕਿਉਂਕਿ ਜਿਹੜਾ SOP ਹੁੰਦਾ, ਸਟੇਟਮੈਂਟ ਆਫ ਪਰਪਸ, ਉਹ ਬੱਚੇ ਨੇ ਆਪਣੇ ਆਪ ਸਾਈਨ ਕਰਨਾ ਹੁੰਦਾ। ਧਾਲੀਵਾਲ ਸਾਹਿਬ ਜਿਹੜੇ ਸਾਡੇ ਮੰਤਰੀ ਹੈਗੇ ਪੰਜਾਬ ਦੇ, ਮੈਂ ਉਹਨਾਂ ਨੂੰ ਕਹੂੰਗਾ ਕਿ ਭਗਵੰਤ ਮਾਨ ਸਾਹਿਬ ਅਕਸਰ ਕਹਿੰਦੇ ਵੀ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ, ਮੈਂ ਕਹਿੰਦਾ ਬੜਾ ਵੱਡਾ ਖਜ਼ਾਨਾ ਤੇ ਇਹਨਾਂ ਏਜੰਟਾਂ ਨੇ ਹੀ ਲੁੱਟਿਆ ਪੁੱਟਿਆ ਪੰਜਾਬ ਨੂੰ। ਕਿਉਂ ਨਹੀਂ ਕਿ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਹੀ ਇੱਕ ਸਪੈਸ਼ਲ ਇਮੀਗ੍ਰੇਸ਼ਨ ਵਿਜੀਲੈਂਸ ਸੈੱਲ ਹੀ ਤਿਆਰ ਕਰ ਲਿਆ ਜਾਵੇ, ਜਿਹੜਾ ਇਸ ਗੱਲ ਦੇ ਉੱਤੇ ਨਜ਼ਰ ਰੱਖੇ। ਕਿੱਡਾ ਵੱਡਾ ਜਿਹੜਾ ਪੈਸਾ ਹੈ, ਦੇਖੋ ਜੇ 900 ਬੱਚਾ ਗੁਣਾ 16 ਲੱਖ ਵੀ ਕਰ ਲਈਏ, ਇੱਕ ਮਤਲਬ 1 ਅਰਬ 44 ਮਤਲਬ 144 ਕਰੋੜ ਦਾ ਸਕੈਮ ਹੈਗਾ ਜੀ ਵਾਲੀਆ ਸਾਹਿਬ। ਤੋ ਇਸ ਕਰਕੇ ਜ਼ਰੂਰ ਸਾਨੂੰ ਐਟ ਹੋਮ ਪੰਜਾਬ ਵੀ ਜਿਹੜਾ ਹੈਗਾ ਬੰਦੋਬਸਤ ਕਰਨਾ ਚਾਹੀਦਾ ਔਰ ਐਜ਼ ਏ ਲਾਸਟ ਰਿਜ਼ੋਰਟ ਕੈਨੇਡਾ ਗਵਰਨਮੈਂਟ ਨੂੰ ਵੀ ਦੋਨੇ ਤਰੀਕੇ ਨਾਲ, ਪਿਆਰ ਨਾਲ ਵੀ, ਜੇ ਉੱਥੇ ਜਗਮੀਤ ਸਿੰਘ ਧਾਲੀਵਾਲ ਜੀ ਬੈਠੇ ਉਹ ਵੀ ਅਸੀਂ। ਰਤਨਾ ਸਾਹਿਬ ਬਹੁਤ ਵਧੀਆ ਸੁਜੈਸ਼ਨ। ਇਹੀ ਜਿਹੜਾ ਸਾਡੀਆਂ ਡਿਬੇਟ ਦਾ ਫਾਇਦਾ ਹੁੰਦਾ ਹੈ, ਜਿਹੜਾ ਤੁਸੀਂ ਹੁਣ ਸੁਜੈਸ਼ਨ ਦਿੱਤਾ ਹੈ ਕਿ ਵਿਜੀਲੈਂਸ ਕੋਲ ਪਹਿਲਾਂ ਬਹੁਤ ਕੰਮ ਹੈ, ਇੱਕ ਕੰਮ ਹੋਰ ਫੜ ਲੇ ਤੇ ਉਹਦੇ ਲਈ ਇੱਕ ਸੈੱਲ ਬਣਾ ਦੇਣ। ਇਹ ਬਹੁਤ ਵਧੀਆ ਸੁਜੈਸ਼ਨ ਹੈ। ਧਾਲੀਵਾਲ ਸਾਹਿਬ ਨੂੰ ਰਮਨ ਚਾਂਦੀ ਜੀ ਜ਼ਰੂਰ ਦੱਸਣਗੇ ਕਿ ਇਸ ਤਰ੍ਹਾਂ ਦਾ ਸੁਜੈਸ਼ਨ ਆਇਆ ਸੀ। ਸਤਪਾਲ ਸਿੱਧੂ ਸਾਹਿਬ। ਐਸਾ ਪਹਿਲੀ ਗੱਲ ਤਾਂ ਹੈ ਜਿਹੜੀ ਮੈਂ ਕਿਹਾ ਸੀਗਾ, ਤੁਸੀਂ ਉਹਨੂੰ 3 ਹਿੱਸਿਆਂ 'ਚ ਨਹੀਂ ਵੇਖਿਆ, ਇੱਕੋ ਹਿੱਸੇ 'ਚ ਕਰਕੇ ਵੇਖ ਲਿਆ। ਮੈਂ ਉਹਦੇ 3 ਹਿੱਸੇ ਬਣਾਏ ਸੀ ਵੀ ਪਹਿਲਾਂ ਕੀ ਹੋਇਆ, ਫੇਰ ਕੀ ਹੋਇਆ ਤੇ ਹੁਣ ਸਟੱਡੀ ਵੀਜ਼ੇ ਤੇ ਕੀ ਹੋ ਰਿਹਾ। ਇਹ ਮੈਂ ਦੱਸਿਆ ਸੀ ਵੀ ਲਾਸਟ ਜਿਹੜੀ ਹੈ ਸਾਡੀ, ਲਾਸਟ ਜਿਹੜੀ ਆ ਉਹਦੇ ਵਿੱਚੋਂ ਨਿਕਲਦੇ ਪੋਰਸ਼ਨ ਨੇ ਇਹ ਤਿੰਨੇ, ਇੱਕ ਨਹੀਂ ਹਨ। ਅਗਲੀ ਗੱਲ, ਸਭ ਤੋਂ ਵੱਡੀ ਗੱਲ ਵਾਲੀਆ ਸਾਹਿਬ ਮੈਂ ਕਹੂੰਗਾ ਕਿ ਇਨਸਾਨ ਘਰੋਂ ਪੈਰ ਪੜਦਾ ਕਿਉਂ ਹੈ? ਕਿ ਅਸੀਂ ਸਾਡੀਆਂ ਪੋਲੀਟੀਕਲ ਪਾਰਟੀਆਂ ਜਾਂ ਅਸੀਂ ਜਿਹੜੇ ਬਹਿਸ ਕਰ ਰਹੇ ਹਾਂ, ਅਸੀਂ ਕੀ ਦੇਖ ਕੇ ਸੋਚਦੇ ਹਾਂ ਕਿ ਵਧੀਆ ਪ੍ਰੋਸਪੈਕਟਿਵ ਕਿੱਥੇ ਹੈ, ਵਧੀਆ ਗੱਲ ਕਿੱਥੇ ਹੋ ਰਹੀ ਹੈ। ਸਾਨੂੰ ਜਿਵੇਂ ਤੁਸੀਂ ਕਿਹਾ ਮੇਰਾ ਬੇਟਾ ਉੱਥੇ ਚਲਾ ਗਿਆ, ਸਵਾਲ ਇੱਥੇ ਤੁਸੀਂ ਕਿਹਾ ਵੀ ਉੱਥੇ ਚਲਾ ਗਿਆ, ਇਹ ਸਵਾਲ ਤਾਂ ਇੱਥੇ ਖੜਾ ਹੋ ਗਿਆ ਨਾ ਕਿ ਸਾਡੀ ਸਟੇਟ ਦੇ ਵਿੱਚ 3 ਚੀਜ਼ਾਂ ਜਿਹੜੀਆਂ ਉਹ ਬਹੁਤ ਬੁਰੀ ਤਰ੍ਹਾਂ ਮਿਸਿੰਗ ਨੇ। ਸਟੇਟ ਮੀਨਸ ਇੰਡੀਆ ਕਹਿ ਲਓ, ਪੰਜਾਬ ਕਹਿ ਲਓ। ਨੰਬਰ 1 ਜਿਹੜੀ ਸਭ ਤੋਂ ਜ਼ਿਆਦਾ ਗੱਲ ਹੈ ਕਿ ਜੌਬ ਅਪਰਚੁਨਿਟੀਜ਼ ਜਿਹੜੀਆਂ ਨੇ ਉਹ ਬੜੀਆਂ ਮਿਸਿੰਗ ਨੇ। ਨੰਬਰ 2 ਜਿਹੜਾ ਹੈ ਇਸ ਤੋਂ ਵੀ ਖਤਰਨਾਕ ਹੈ ਜਿਹੜਾ, ਦੈਟ ਇਜ਼ ਲਾਅ ਐਂਡ ਆਰਡਰ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇੰਨੀ ਜ਼ਿਆਦਾ ਭੈੜੀ ਹੋ ਗਈ ਹੈ ਪਿਛਲੇ ਸਮਿਆਂ ਦੇ ਵਿੱਚ, ਉਹਦੇ ਚ ਮੈਂ ਬੜੀ ਲੰਬੀ ਚੌੜੀ ਬਹਿਸ ਕੀਤੀ ਜਾ ਸਕਦੀ ਹੈ, ਉਹ ਚ ਕਾਰਨ ਕੀ ਨੇ, ਕਿਵੇਂ ਹੋਈ ਤੇ ਕਿੱਥੇ ਹੋਈ, ਉਹ ਵੱਖਰੀਆਂ ਵੱਖਰੀਆਂ ਰੀਜ਼ਨਸ ਨੇ। ਲੇਕਿਨ ਉਹਦਾ ਵੀ ਪ੍ਰਭਾਵ ਜਿਹੜਾ ਹੈ ਉਹ ਸਾਡੇ ਮਾਪਿਆਂ ਤੇ ਵੀ ਪੈਂਦਾ ਹੈ, ਸਾਡੇ ਬੱਚਿਆਂ ਤੇ ਵੀ ਪੈਂਦਾ ਹੈ ਔਰ ਉਹਨਾਂ ਤੋਂ ਬਚਾਉਣ ਦੀ ਖਾਤਰ ਕਈ ਵਾਰੀ ਮਾਪੇ ਐਡਾ ਰਿਸਕ ਲੈ ਲੈਂਦੇ ਨੇ ਕਿ ਉਹ ਇਹ ਵੀ ਨਹੀਂ ਦੇਖਦੇ ਕਿ ਸਾਡਾ ਬੱਚਾ ਇਸ ਕਾਬਲ ਹੈ ਜਾਂ ਜੋ ਕੁਝ ਸਾਡਾ ਬੱਚਾ ਕਰ ਰਿਹਾ ਹੈ, ਕਿਉਂਕਿ ਬਹੁਤੇ ਮਾਪਿਆਂ ਦਾ ਕਈਆਂ ਦਾ ਇਹ ਵੀ ਨਹੀਂ ਪਤਾ ਹੁੰਦਾ ਇਹ ਕਰ ਕੀ ਰਿਹਾ ਹੈ। ਮੈਂ ਇੱਕ ਸ਼ਬਦ ਸੁਣਿਆ ਆਮ, ਮੁੰਡੇ ਨੇ ਫਾਈਲ ਲਾਈ ਹੋਈ ਹੈ, ਉਹਨੂੰ ਇਹ ਨਹੀਂ ਪਤਾ ਵੀ ਕਾਹਦੇ ਵਾਸਤੇ ਲਾਈ ਹੈ, ਕੀ ਫਾਈਲ ਲਾਈ ਹੈ, ਬਸ ਫਾਈਲ ਲੱਗੀ ਹੋਈ ਹੈ। ਅਗਲੀ ਗੱਲ, ਆਈਲੈਟਸ ਜਿਹੜੇ ਨੇ, ਮੈਂ ਵਾਲੀਆ ਸਾਹਿਬ ਤੁਹਾਨੂੰ ਆਈਲੈਟਸ ਦੇ ਖਾਸ ਕਰਕੇ ਕਹਿਣਾ ਕਿ ਇਹਦੇ ਤੇ ਆਈਲੈਟਸ ਦੇ ਉੱਤੇ ਵੀ ਸਾਨੂੰ ਬਹੁਤ ਖਾਸ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਜਾਂ ਜਿਹਨੇ ਵੀ ਤੁਹਾਡੇ ਜਿਹੜਾ ਵੀ ਡੀਲ ਕਰਦੇ ਇਸ ਨੂੰ, ਚਾਹੇ NRI ਵਿੰਗ ਡੀਲ ਕਰੇ ਚਾਹੇ ਕੋਈ ਕਰੇ, ਆਈਲੈਟਸ ਤੇ ਤੁਸੀਂ ਹੈਰਾਨ ਹੋਵੋਗੇ ਕਿ ਇੰਨੇ ਕਾਲਜਸ ਜਾਂ ਉਹਨੂੰ ਕਹੇ ਟ੍ਰੇਨਿੰਗ ਸੈਂਟਰ ਕਹਿ ਲਓ, ਜੋ ਮਰਜ਼ੀ ਨਾਂ ਦੇ ਲਓ ਉਹਨੂੰ, ਇੰਨੇ ਜ਼ਿਆਦਾ ਖੁੱਲ ਗਏ ਕਿ ਜਿਹੜੇ ਬੱਚੇ ਉੱਥੇ ਜਾਂਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇੱਥੇ ਅਸਲ ਵਿੱਚ ਉਹ ਜਿਹੜੇ ਪੜਾਉਣ ਵਾਲੇ ਬੰਦੇ ਨੇ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ। ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ। ਔਰ ਲਾਇਸੈਂਸ ਜੋ ਆਈਲੈਟਸ ਵਾਲਿਆਂ ਨੂੰ ਪਤਾ ਨਹੀਂ ਲਾਇਸੈਂਸ ਮਿਲਦਾ ਕਿ ਨਹੀਂ ਮਿਲਦਾ। ਮੇਰੀ ਕਿਉਂਕਿ ਇਸ ਐਜੂਕੇਸ਼ਨ ਦਾ ਡਿਪਾਰਟਮੈਂਟ ਹੈ, ਮੈਂ ਬੜਾ ਚੈੱਕ ਨਹੀਂ ਕੀਤਾ, ਮੇਰੇ ਬੱਚੇ ਏਦਾਂ ਗਏ ਨਹੀਂ ਹਨ, ਮੇਰੇ ਬੱਚੇ ਇੱਥੇ ਨੇ।
ਉਹ ਵੀ ਮੈਨੂੰ ਪਤਾ ਨਹੀਂ ਲੱਗ ਰਿਹਾ ਵੀ ਆਈਲੈਟਸ ਦੇ ਵਿੱਚ ਕੋਈ ਜਦੋਂ ਤੁਸੀਂ ਕਿਸੇ ਨੂੰ ਪੜਾਉਣ ਦਾ ਲਾਇਸੈਂਸ ਦਿੰਦੇ ਹੋ, ਉਹ ਲਾਇਸੈਂਸ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਉਹ ਟੀਚਰ ਜਿਹੜੇ ਰੱਖ ਰਿਹਾ ਜਾਂ ਜਿਹੜੇ ਉੱਥੇ ਉਹਨੂੰ ਗਾਈਡ ਰੱਖ ਰਿਹਾ ਜਾਂ ਉਹਨੂੰ ਸਮਝਾਉਣ। ਸਿੱਧੂ ਸਾਹਿਬ ਉਹ ਕੌਣ ਹੁੰਦੇ ਨੇ ਪੜਾਉਣ ਵਾਲੇ? ਬਹੁਤੀ ਵਾਰ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਫਾਈਲ ਲਾਈ ਹੋਈ ਹੈ, ਫਾਈਲ ਲਾਉਣ ਵਾਲਿਆਂ ਦੇ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ, ਉੱਥੇ ਜਿਹੜੇ ਪੜ੍ਹ ਕੇ ਗਏ ਹੁੰਦੇ ਨੇ, ਥੋੜੀ ਜਿਹੀ ਵਧੀਆ ਅੰਗਰੇਜ਼ੀ ਹੁੰਦੀ ਹੈ, 7-8 ਬੈਂਡ ਆ ਜਾਂਦੇ ਨੇ, ਉਹਨਾਂ ਨੂੰ ਉੱਥੇ ਰੱਖ ਲੈਂਦੇ ਨੇ। ਉਹ ਜਦੋਂ ਉਹ ਕੈਨੇਡਾ ਜਾਂ ਅਮਰੀਕਾ ਚਲੇ ਜਾਂਦੇ ਨੇ, ਉਹਨਾਂ ਨੂੰ ਕੋਈ ਬੈਚ ਹੋਰ ਆ ਜਾਂਦਾ। ਇਸ ਤਰ੍ਹਾਂ ਹੁੰਦਾ। ਟਾਈਮ ਲਗਭਗ ਖਤਮ ਹੈ। ਧਾਰਨੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਸਿਰਫ 30-40 ਸਕਿੰਟ ਦੇ ਵਿੱਚ ਆਪਣੀ ਗੱਲ ਖਤਮ। ਬਿਲਕੁਲ ਵਾਲੀਆ ਸਾਹਿਬ, ਮੈਂ ਇਹ ਸਮਝਦਾ ਹਾਂ ਕਿ ਦੇਖੋ ਪੰਜਾਬੀਆਂ ਦਾ ਰੁਝਾਨ ਤਾਂ ਹੈ ਸ਼ੁਰੂ ਤੋਂ, ਫਰੋਮ ਦਾ ਵੈਰੀ ਬਿਗਨਿੰਗ। ਚਾਹੇ ਪਾਕਿਸਤਾਨ ਬਾਹਰ ਦੇ ਵਿੱਚ ਲੋਕ ਅਸੀਂ ਚਲੇ ਗਏ ਤਰੱਕੀ ਲਈ, ਪਰ ਜਿਹੜਾ ਅੱਜ ਹਾਲਾਤ ਹੋ ਗਏ ਨਾ, ਇਹ ਬਹੁਤ ਹੀ ਚਿੰਤਾਜਨਕ ਹੈ, ਕਿਉਂਕਿ ਇਹਨਾਂ ਦੇ ਵਿੱਚ ਬ੍ਰੇਨ ਡਰੇਨ ਇਸ ਹਿਸਾਬ ਨਾਲ ਹੋ ਰਿਹਾ। ਨਾ ਸਾਡੇ ਬੱਚੇ ਮੈਡੀਕਲ 'ਚ ਜਾ ਰਹੇ ਆ, ਨਾ ਸਾਡੇ ਬੱਚੇ ਇੰਜੀਨੀਅਰਿੰਗ 'ਚ ਜਾ ਰਹੇ ਆ, ਨਾ IAS ਦੇ ਵਿੱਚ ਜਾ ਰਹੇ ਹੈਗੇ ਆ, ਔਰ ਬੁਰੇ ਤਰੀਕੇ ਦੇ ਨਾਲ ਉਰੇ ਰੋਲ ਖੋਲ ਬਚ ਕੇ ਰਹਿ ਜਾਣਾ ਹੈ, ਔਰ ਸਾਰਾ ਜਿਹੜਾ ਬ੍ਰੇਨ ਹੈ ਇਹ ਉੱਥੇ ਜਾ ਕੇ ਜਿਹੜਾ ਰੋਲ ਖੋਲ ਬਣ ਜਾਣਾ, ਕਿਉਂਕਿ ਇਹਨਾਂ ਦੀ ਕੋਈ ਐਜੂਕੇਸ਼ਨ ਉੱਥੇ ਤਾਂ ਕੋਈ ਹੈ ਹੀ ਨਹੀਂ, ਨਾ ਕੋਈ ਪਾਲਿਸੀ ਹੈ। ਉਹ ਕੋਈ ਕੁਕਰੀ ਦੇ ਵਿੱਚ ਐਡਮਿਸ਼ਨ ਲਈ ਬੈਠਾ, ਕੋਈ ਕਾਸੇ 'ਚ ਲਈ ਬੈਠਾ, ਕੋਈ ਕਾਸੇ 'ਚ ਲਈ ਬੈਠਾ। ਸੋ ਇਸ ਕਰਕੇ ਮੇਰੀ ਚਿੰਤਾ ਜਿਹੜੀ ਇਹ ਹੈਗੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀਆਂ ਦਾ ਫਿਊਚਰ ਹੈ, ਜਿਹੜਾ ਪੰਜਾਬੀ ਜਿਹੜਾ ਅੱਗੇ ਜਨਰੇਸ਼ਨ ਹੈ, ਉਹ ਕਿਤੇ ਨਾ ਕਿਤੇ ਬਹੁਤ ਬੁਰੇ ਤਰੀਕੇ ਦੇ ਨਾਲ ਖਤਰੇ 'ਚ। ਬਿਲਕੁਲ ਖਤਰੇ 'ਚ ਹੈ, ਕਿਉਂਕਿ ਮੈਂ ਖੁਦ ਦੇਖ ਰਿਹਾ, ਮੇਰੇ ਦੋਨੇ ਬੇਟੇ ਉੱਥੇ ਨੇ। ਮੇਰਾ ਗ੍ਰੈਂਡਸਨ ਜਿਹੜਾ ਅੰਗਰੇਜ਼ੀ ਬੋਲਦਾ, ਦਾਦਾ ਦਾਦੀ ਨਾਲ ਮਾੜੀ ਮੋਟੀ ਪੰਜਾਬੀ ਬੋਲਦਾ, ਤੇ ਸਾਡਾ ਪੰਜਾਬੀ ਸੱਭਿਆਚਾਰ। ਜਿਹੜੀ ਗੱਲ ਧਾਰਨੀ ਸਾਹਿਬ ਕਹਿ ਰਹੇ ਸੀ, ਬ੍ਰੇਨ ਡਰੇਨ, ਭਾਈ ਹੁਣ ਕੱਲਾ ਬ੍ਰੇਨ ਡਰੇਨ ਨਹੀਂ, ਹੁਣ ਮਨੀ ਡਰੇਨ ਵੀ ਹੈ। ਬੱਚਾ ਜਾਂਦਾ ਨਾਲ ਪੈਸਾ ਵੀ ਲੈ ਕੇ ਜਾਂਦਾ ਹੈ। ਇੱਥੇ ਨਹੀਂ ਅਗਲਾ ਕਹਿੰਦਾ ਜ਼ਮੀਨ ਵੇਚੋ ਮੈਂ ਘਰ ਲੈਣਾ, ਜਾਂ ਮਾਪਿਆਂ ਨੂੰ ਕਹਿੰਦਾ ਤੁਸੀਂ ਵੀ ਆ ਜਾਓ ਇੱਥੇ। ਤੋਂ ਉੱਥੇ ਇੱਕ ਪੰਜਾਬ ਤਾਂ ਬਸ ਗਿਆ, ਲੇਕਿਨ ਜਿੱਥੇ ਧਰਤੀ 'ਚ ਨਸ਼ੇ ਇੰਨੇ ਹੋਣ, ਤੇ ਬਹੁਤ ਵਾਰ ਨਸ਼ਿਆਂ ਤੋਂ ਡਰਦੇ ਵੀ ਕਿ ਇੱਥੇ ਕਿਤੇ ਮਾੜੀ ਸੰਗਤ 'ਚ ਪੈ ਜੂ, ਚਲ ਬਾਹਰ ਹੀ ਘੱਲ ਦਿੰਦੇ ਆ। ਬਹੁਤ ਗੱਲਾਂ ਐਸੀਆਂ ਨੇ, ਕਿਉਂਕਿ ਵਕਤ ਖਤਮ ਹੋ ਚੁੱਕਿਆ ਹੈ, ਇਸ ਕਰਕੇ ਜ਼ਿਆਦਾ ਗੱਲ ਨਹੀਂ। ਸਿਰਫ ਧੰਨਵਾਦ ਸਤਪਾਲ ਸਿੱਧੂ ਸਾਹਿਬ ਔਰ ਕੇਵਲ ਸਿੰਘ ਰਤੜਾ ਜੀ, ਅਮਰਜੀਤ ਸਿੰਘ ਥਿੰਦ ਸਾਹਿਬ, ਐਡਵੋਕੇਟ ਧਾਰਨੀ ਸਾਹਿਬ, ਜਸਵਿੰਦਰ ਸਿੰਘ ਸੀਖਾਵਾਲਾ, ਰਮਨ ਚਾਂਦੀ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਏ, ਬਹੁਤ ਅਹਿਮ ਗੱਲਾਂ ਤੁਸੀਂ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੀਆਂ। ਪਿਆਰੇ ਦਰਸ਼ਕੋ, ਮੈਨੂੰ ਪੂਰਾ ਯਕੀਨ ਹੈ ਕਿ ਅੱਜ ਦਾ ਪ੍ਰੋਗਰਾਮ ਫਿਰ ਤੁਸੀਂ ਸੱਥਾਂ ਤੱਕ ਲੈ ਕੇ ਜਾਓਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ ਸਵੇਰੇ 8:40 ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋ, ਤੇ ਕੱਲ ਸ਼ਾਮ ਨੂੰ ਆਪਾਂ ਚਰਚਾ 'ਚ ਮਿਲਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਚਰਚਾ।